ਗੁਰੂ ਦਰਬਾਰ ਅੰਦਰ ਜੁੜ ਕਰਕੇ ਤੇ ਆਪਣੇ ਆਪਣੇ ਘਰਾਂ ਵਿੱਚ ਟੈਲੀਵਿਜ਼ਨ ਔਰ ਮੀਡੀਆ ਦੇ ਮਾਧਿਅਮ ਰਾਹੀਂ ਇਸ ਸਥਾਨ ਤੋਂ ਸਰਵਣ ਕਰਦੀਆਂ ਹੋ ਉਹਨਾਂ ਚੱਲ ਰਹੀਆਂ ਲੜੀਵਾਰ ਗੁਰਬਾਣੀ ਵਿਚਾਰਾਂ ਦੇ ਨਾਲ ਸਾਂਝ ਪਾਈਏ। ਵਿਚਾਰਾਂ ਆਰੰਭਣ ਤੋਂ ਪਹਿਲਾਂ ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਜੀ ਕਿਰਪਾ ਕਰਨ, ਆਪਣਾ ਮਿਹਰ ਭਰਿਆ ਹੱਥ ਸਿਰ ਤੇ ਰੱਖਣ। ਮਾਲਕ ਜੀ ਆਪ ਰਸਨਾ ਉੱਤੇ ਵਰਤ ਕੇ ਆਪਣੀ ਬਾਣੀ, ਆਪਣੇ ਸ਼ਬਦ ਦੀ ਵਿਚਾਰ ਕਰਵਾ ਲੈਣ ਔਰ ਆਪ ਸਰਬੱਤ ਸੰਗਤ ਬਖਸ਼ੋ ਅਸੀਸ। ਕੋਈ ਰਸਨਾ ਵਾਂਝੀ ਨਾ ਰਹੇ। ਦੋਵੇਂ ਹੱਥ ਜੋੜ ਆਪਣੀਆਂ ਮਨ ਔਰ ਬਿਰਤੀਆਂ ਇਕਾਗਰ ਕਰਦਿਆਂ ਹੋਇਆਂ ਲਵਾਓ ਗੁਰੂ ਚਰਨਾਂ ਵਿੱਚ ਹਾਜ਼ਰੀ। ਅਦਬ ਸਹਿਤ ਸਰਬੱਤ ਸੰਗਤ ਮਿਲ ਕਰਕੇ ਉਚਾਰਨ ਕਰੋ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਵਾਰ ਫਿਰ ਕਰੋ ਰਸਨਾਵਾਂ ਪਵਿੱਤਰ ਔਰ ਮਿਲ ਕੇ ਆਖੋ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਵਾਹਿਗੁਰੂ ਸਾਹਿਬ ਜੀ। ਸ਼ਲੋਕ ਵਾਰਾਂ ਤੇ ਵਧੀਕ ਮਹੱਲਾ ਪਹਿਲਾ। ਅਗਨ ਮਰੈ ਜਲ ਲੋੜ ਲਹੋ, ਵਿਣ ਗੁਰ ਨਿਦ ਜਲ ਨਾਹੇ। ਜਨਮ ਮਰੈ ਪਰਮਾਈਐ, ਜੇ ਲਖ ਕਰਮ ਕਮਾਹੇ। ਜਿਸ ਪਾਵਨ ਸ਼ਬਦ ਦਾ ਪਾਠ ਆਪ ਸੰਗਤ ਨੇ ਬੜੇ ਅਦਬ ਸਤਿਕਾਰ ਦੇ ਨਾਲ ਮਾਨਯੋਗ ਭਾਈ ਸਾਹਿਬ ਹੋਰਾਂ ਪਾਸੋਂ ਸਰਵਣ ਕੀਤਾ ਹੈ, ਇਹ ਪਾਵਨ ਬਚਨ ਧੰਨ ਗੁਰੂ ਨਾਨਕ ਦੇਵ ਸਾਹਿਬ ਜੀ ਦੀ ਰਸਨਾ ਤੋਂ ਉਚਾਰਨ ਕੀਤੇ ਹੋਏ ਸ਼ਲੋਕ ਰੂਪ ਦੇ ਅੰਦਰ ਸ਼ਲੋਕ 12 ਤੇ ਵਧੀਕ ਸਿਰਲੇਖ ਹੇਠ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ ਪਾਵਨ ਅੰਗ 1411 ਦੇ ਉੱਪਰ ਸੁਭਾਇਮਾਨ ਹੈ। ਅੱਜ ਦੇ ਇਹਨਾਂ ਪਾਵਨ ਬਚਨਾਂ ਦੇ ਰਾਹੀਂ ਸਤਿਗੁਰੂ ਜੀ ਨੇ ਜੋ ਸੰਸਾਰਕ ਜੀਵਾਂ ਦੇ ਅੰਦਰ ਲਾਲਸਾਵਾਂ ਦੀ ਤ੍ਰਿਸ਼ਨਾ ਦੀ ਲੱਗੀ ਹੋਈ ਅੱਗ ਹੈ, ਉਸ ਅੱਗ ਨੂੰ ਬੁਝਾਉਣ ਦਾ ਇੱਕ ਤਰੀਕਾ, ਇੱਕ ਢੰਗ ਹੈ ਜੋ ਗੁਰੂ ਨਾਨਕ ਸਾਹਿਬ ਜੀ ਅੱਜ ਦੇ ਇਸ ਪਾਵਨ ਸ਼ਲੋਕ ਰਾਹੀਂ ਦੱਸ ਰਹੇ ਨੇ। ਕਿਉਂਕਿ ਜਦੋਂ ਸੰਸਾਰਕ ਜੀਵਨ ਨੂੰ ਵੇਖਦੇ ਹਾਂ ਤੇ ਅੱਜ ਦੇ ਸਮੇਂ ਅੰਦਰ ਹਰ ਜੀਵ ਲਾਲਸਾਵਾਂ ਦੇ ਆਧਾਰ ਉੱਤੇ ਜਿਉਂ ਰਿਹਾ ਔਰ ਦਿਨ ਬ ਦਿਨ ਇਹ ਲਾਲਸਾਵਾਂ ਘਟਣ ਦੀ ਬਜਾਏ ਮਨੁੱਖ ਦੇ ਜੀਵਨ ਵਿੱਚ ਦੀਆਂ ਲਾਲਸਾਵਾਂ ਵੱਧਦੀਆਂ ਜਾ ਰਹੀਆਂ ਨੇ। ਚਾਹੀਦਾ ਤੇ ਇਹ ਸੀ ਕਿ ਜਿਵੇਂ ਜਿਵੇਂ ਸਰੀਰਕ ਉਮਰ ਘਟਦੀ ਜਾ ਰਹੀ ਹੈ ਤਿਵੇਂ ਤਿਵੇਂ ਇਨਸਾਨ ਦੀਆਂ ਲਾਲਸਾਵਾਂ ਘਟ ਜਾਂਦੀਆਂ।
ਪਰ ਅਫਸੋਸ ਇਹ ਹੈ ਕਿ ਜਿਵੇਂ ਜਿਵੇਂ ਸਰੀਰਕ ਉਮਰ ਘਟ ਰਹੀ ਹੈ ਤਿਵੇਂ ਤਿਵੇਂ ਲਾਲਸਾਵਾਂ ਵੱਧ ਰਹੀਆਂ ਨੇ। ਦੇਖੋ ਬੱਚੇ ਨੂੰ ਕੋਈ ਬਹੁਤੀਆਂ ਲਾਲਸਾਵਾਂ ਨਹੀਂ, ਨਾ ਹੀ ਉਹਨੂੰ ਕਿਸੇ ਪਦਾਰਥ ਦਾ ਕੋਈ ਬਹੁਤਾ ਲਾਲਚ ਹੈ, ਨਾ ਹੀ ਉਹਨੂੰ ਮਨ ਅੰਦਰ ਕੋਈ ਬਹੁਤਾ ਮੋਹ ਹੈ। ਥੋੜੀ ਜੀ ਹੋਸ਼ ਸੰਭਾਲਦੇ ਇਹਨੂੰ ਪਤਾ ਲੱਗਣ ਲੱਗ ਜਾਂਦਾ, ਜਿੱਥੇ ਆ ਕੇ ਗੁਰੂ ਸਾਹਿਬ ਬਾਣੀ 'ਚ ਜ਼ਿਕਰ ਕਰਦੇ ਕਿ ਜਦੋਂ ਉਮਰ ਥੋੜੀ ਜੀ ਵਧੀ ਤੇ ਇਹਦੇ ਮਨ ਅੰਦਰ ਇਹਨੂੰ ਆਪਣੀਆਂ ਖੇਡਾਂ ਤੇ ਆਪਣੇ ਖਿਡੌਣੇ ਬੜੇ ਚੰਗੇ ਲੱਗਣ ਲੱਗ ਗਏ। ਹੁਣ ਉਹ ਖੇਡਾਂ ਦੇ ਪ੍ਰਤੀ ਤੇ ਖਿਡੌਣਿਆਂ ਦੇ ਪ੍ਰਤੀ ਲਾਲਸਾਵਾਂ ਪੈਦਾ ਹੋਈਆਂ। ਉਹ ਜਿਹੜੀਆਂ ਲਾਲਸਾਵਾਂ ਨੇ ਉਹ ਨਿਤਾ ਪ੍ਰਤੀ ਹੁਣ ਨਵੇਂ ਤੋਂ ਨਵੇਂ ਇੱਕ ਖਿਡੌਣੇ ਦੇ ਲਈ ਜਿੱਦ ਕਰਦੀਆਂ ਨੇ। ਹੁਣ ਜਿਹੜਾ ਤੇ ਖਿਡੌਣਾ ਕੋਲੇ ਹੈ ਜਿਸ ਨਾਲ ਖੇਡ ਰਿਹਾ, ਉਹਨੂੰ ਪਾਸੇ ਕਰਕੇ ਦੂਜੇ ਖਿਡੌਣੇ ਨੂੰ ਜਦੋਂ ਕਿਤੇ ਵੇਖ ਲੈਂਦਾ ਤੇ ਇੱਕ ਲਾਲਸਾ ਅੰਦਰ ਜਾਗਦੀ ਵੀ ਮੈਂ ਆ ਵੀ ਖਿਡੌਣਾ ਖਰੀਦਣਾ ਹੈ। ਹੁਣ ਫਿਰ ਉਹ ਜਿੱਦ ਕਰਦਾ, ਹੌਲੀ ਹੌਲੀ ਖਿਡੌਣਿਆਂ ਤੋਂ ਉੱਪਰ ਉੱਠਦਾ ਹੈ, ਇਹਨੂੰ ਆਪਣੇ ਸਰੀਰ ਵੱਲ ਆਪਣੀ ਕਾਇਆ ਦੇ ਵੱਲ ਲਾਲਸਾ ਇਹਦੀ ਪੈਦਾ ਹੋ ਜਾਂਦੀ। ਫਿਰ ਖਾਣ ਪੀਣ ਵਾਲੇ ਪਾਸੇ ਤੁਰ ਪੈਂਦਾ। ਫਿਰ ਸਰੀਰਕ ਜਿੱਥੇ ਸੁੰਦਰਤਾ ਨੂੰ ਬਰਕਰਾਰ ਰੱਖਦਾ ਉੱਥੇ ਨਾਲ ਨਾਲ ਵਾਸ਼ਨਾਵਾਂ ਨੇ ਵੀ ਆ ਕੇ ਘੇਰ ਲਿਆ। ਲਾਲਸਾ ਵੱਧਦੀ ਗਈ ਨਾ ਦਿਨ ਬ ਦਿਨ, ਜਿਹਨੂੰ ਸਤਿਗੁਰੂ ਜੀ ਨੇ ਬੜਾ ਪਿਆਰਾ ਜ਼ਿਕਰ ਕੀਤਾ ਸੀ। ਮਾਲਕ ਕਹਿੰਦੇ ਇਹ ਮਨੁੱਖ ਦੀਆਂ ਲਾਲਸਾਵਾਂ ਜਿਹੜੀਆਂ ਨਾ, ਇਨਸਾਨ ਸੋਚ ਕੇ ਬੈਠਾ ਵੀ ਸ਼ਾਇਦ ਇਹ ਘਟ ਜਾਣਗੀਆਂ, ਪਰ ਜਿਵੇਂ ਜਿਵੇਂ ਸਰੀਰ ਕਰਕੇ ਵੱਡਾ ਤੇ ਸਰੀਰਕ ਉਮਰ ਘਟਦੀ ਜਾ ਰਹੀ ਹੈ, ਤਿਵੇਂ ਤਿਵੇਂ ਲਾਲਸਾਵਾਂ ਵੱਡੀਆਂ ਹੁੰਦੀਆਂ ਜਾ ਰਹੀਆਂ, ਵੱਧਦੀਆਂ ਜਾ ਰਹੀਆਂ ਨੇ ਬਜਾਏ ਘਟਣ ਦੇ। ਸਤਿਗੁਰੂ ਜੀ ਨੇ ਜ਼ਿਕਰ ਕੀਤਾ, ਕਹਿੰਦੇ ਪਹਿਲੇ ਪਿਆਰ ਲੱਗਾ ਥਣ ਦੁੱਧ, ਦੂਜੇ ਮਾਏ ਬਾਪ ਕੀ ਸੁਧ, ਤੀਜੇ ਭਈਆ ਭਾਬੀ ਬੇਬ, ਚੌਥੇ ਪਿਆਰ ਉਪੰਨੀ ਖੇਡ, ਪੰਜਵੇਂ ਖਾਣ ਪੀਣ ਕੀ ਧਾਤ, ਛੇਵੇਂ ਕਾਮ ਨਾ ਪੁੱਛੈ ਜਾਤ, ਸਤਵੇਂ ਸੰਜ ਕੀਆ ਘਰ ਵਾਸ, ਅਠਵੇਂ ਕ੍ਰੋਧ ਹੋਆ ਤਨ ਨਾਸ, ਨਾਵੇਂ ਧੌਲੇ ਉੱਬੇ ਸਾਹ, ਦਸਵੇਂ ਦੱਦਾ ਹੋਆ ਸੁਆ, ਗਏ ਸੰਗੀਤ ਪੁਕਾਰੀ ਧਾਹ, ਉੱਡਿਆ ਹੰਸ ਦਸਾਏ ਰਾਹ। ਆ ਤੇ ਜੀਵ ਦਾ ਜੀਵਨ ਹੈ। ਲਾਲਸਾਵਾਂ ਵਧੀਆਂ ਨੇ, ਘਟੀਆਂ ਨਹੀਂ। ਤੁਰਿਆ ਖਿਡੌਣਿਆਂ ਤੋਂ ਸੀ, ਸਰੀਰਕ ਉਮਰ ਛੋਟੀ ਸੀ, ਆਸਾਵਾਂ ਛੋਟੀਆਂ ਸਨ, ਖਿਡੌਣਿਆਂ ਦੇ ਉੱਤੇ ਰੀਝਦਾ ਰਿਹਾ, ਪ੍ਰਸੰਨ ਹੁੰਦਾ ਰਿਹਾ। ਉਮਰ ਵਧੀ ਮਤਲਬ ਸਰੀਰ ਕਰਕੇ ਵੱਡਾ ਹੋਇਆ। ਹੁਣ ਉਹ ਲਾਲਸਾਵਾਂ ਤਬਦੀਲ ਹੋ ਗਈਆਂ। ਖਿਡੌਣੇ ਜਿਵੇਂ ਜਿਵੇਂ ਸਰੀਰ ਵੱਧਦਾ ਗਿਆ ਤਿਵੇਂ ਤਿਵੇਂ ਖਿਡੌਣੇ ਵੀ ਵੱਡੇ ਹੁੰਦੇ ਗਏ। ਹੈਨ ਅੱਜ ਵੀ ਖਿਡੌਣੇ, ਇਹ ਨਹੀਂ ਵੀ ਅੱਜ ਇਨਸਾਨ ਕੋਲ ਕੋਈ ਵੱਖਰੀ ਵਸਤੂ ਜਾਂ ਪਦਾਰਥ ਆ ਗਿਆ, ਹੈਨ ਉਹ ਅੱਜ ਵੀ ਖਿਡੌਣੇ। ਪਹਿਲੋਂ ਸੀ ਕਿ ਛੋਟਾ ਸੀ, ਬਚਪਨ ਸੀ, ਬਹੁਤੀ ਸੂਝ ਨਹੀਂ ਸੀ, ਸਮਝ ਨਹੀਂ ਸੀ, ਜਿਹੜਾ ਅੱਖਾਂ ਸਾਹਮਣੇ ਖਿਡੌਣਾ ਦਿਸਣਾ ਉਹੀ ਖਰੀਦਣ ਨੂੰ ਜਿੱਦ ਕਰ ਲੈਣੀ। ਅੱਜ ਉਮਰ ਕਰਕੇ ਵੱਡਾ ਹੋ ਗਿਆ, ਸਰੀਰ ਕਰਕੇ ਵੱਡਾ ਹੋ ਗਿਆ, ਤੇ ਅੱਜ ਅੱਖਾਂ ਸਾਹਮਣੇ ਜਿਹੜਾ ਪਦਾਰਥ ਵੇਖਦਾ ਉਹਨੂੰ ਖਰੀਦਣ ਦੀ ਜਿੱਦ ਕਰਕੇ ਬਹਿ ਜਾਂਦਾ। ਹੈ ਨਾ ਅੱਜ ਵੀ ਖਿਡੌਣੇ, ਬਸ ਜਿਵੇਂ ਜਿਵੇਂ ਸਰੀਰ ਵੱਡਾ ਹੋਇਆ ਤਿਵੇਂ ਤਿਵੇਂ ਖਿਡੌਣਿਆਂ ਦਾ ਰੂਪ ਬਦਲ ਗਿਆ। ਪਹਿਲਾਂ ਨਿੱਕਾ ਜਿਹਾ ਘਰ ਲੈ ਕੇ ਵੀ ਉਹ ਪਲਾਸਟਿਕ ਦਾ ਬਣਿਆ ਹੋਣਾ ਜਾਂ ਕਿਸੇ ਹੋਰ ਧਾਤ ਦਾ ਬਣਿਆ ਹੋਣਾ ਲੈ ਕੇ ਪ੍ਰਸੰਨ ਹੋ ਜਾਣਾ, ਤੇ ਅੱਜ ਵੱਡੇ ਤੋਂ ਵੱਡਾ ਮਹੱਲ ਖਰੀਦਣ ਦੀ ਲਾਲਸਾ ਲੈ ਕੇ ਬੈਠਾ ਹੈ। ਅੱਜ ਵੀ ਉਹ ਖਿਡੌਣਾ। ਪਹਿਲੋਂ ਕੀ ਹੋਣਾ, ਨਿੱਕੀ ਜਿਹੀ ਕਿਤੇ ਗੱਡੀ ਮਿਲਣੀ, ਨਿੱਕੀ ਜਿਹੀ ਕਿਤੇ ਕਾਰ ਮਿਲਣੀ ਜਾਂ ਮੋਟਰ ਬਾਈਕ ਮਿਲ ਜਾਣੀ, ਉਹਨੂੰ ਵੇਖ ਕੇ ਜਿੱਦ ਕਰਨੀ ਵੀ ਮੈਂ ਆਹ ਖਿਡੌਣਾ ਖਰੀਦਣਾ। ਤੇ ਅੱਜ ਹਾਲਾਤ ਐਸੇ ਨੇ ਕਿ ਮੋਟਰ ਬਾਈਕ ਵੇਖਦਾ ਆਪਣੀਆਂ ਅੱਖਾਂ ਨਾਲ ਉਹ ਖਰੀਦਣ ਦੀ ਲਾਲਸਾ, ਆਪਣੀਆਂ ਅੱਖਾਂ ਨਾਲ ਕਿਸੇ ਕਾਰ ਨੂੰ ਵੇਖਿਆ ਤੇ ਉਹ ਖਰੀਦਣ ਦੀ ਲਾਲਸਾ। ਹੈ ਨੂੰ ਖਿਡੌਣੇ, ਕੁਛ ਬਦਲਿਆ ਨਹੀਂ ਹੈ। ਬਸ ਜਿਵੇਂ ਸਰੀਰ ਦਾ ਆਕਾਰ ਬਦਲਿਆ ਤਿਵੇਂ ਮਨੁੱਖ ਦੇ ਖਿਡੌਣਿਆਂ ਦੀ ਲਾਲਸਾ ਜਿਹੜੀ ਉਹ ਤਬਦੀਲ ਹੋ ਗਈ ਹੈ। ਲੈ ਕੇ ਲਾਲਸਾ ਅੱਜ ਵੀ ਬੈਠਾ। ਸਤਿਗੁਰੂ ਜੀ ਨੇ ਮਨੁੱਖ ਦੇ ਪ੍ਰਤੀ ਅੱਜ ਜ਼ਿਕਰ ਕੀਤਾ
ਮਾਲਕ ਜੀ ਕਹਿੰਦੇ ਇਹਦੇ ਜੀਵਨ ਦੇ ਅੰਦਰ ਬੜੀ ਵੱਡੀ ਅੱਗ ਜਿਹੜੀ ਨਾ ਉਹ ਤ੍ਰਿਸ਼ਨਾ ਦੀ ਲੱਗੀ ਹੋਈ ਹੈ, ਤੇ ਉਹ ਜਿਹੜੀ ਲੱਗੀ ਹੋਈ ਅੱਗ ਹੈ ਨਾ ਉਹ ਇਨਸਾਨ ਨੂੰ ਇੱਕ ਜਗ੍ਹਾ ਦੇ ਉੱਤੇ ਸਥਿਰਤਾ ਜਿਹੜੀ ਉਹ ਨਹੀਂ ਲੈਣ ਦਿੰਦੀ। ਮਤਲਬ ਇਉਂ ਕਹਿ ਲਈਏ, ਜਿਹੜੀ ਅੰਦਰ ਲੱਗੀ ਤ੍ਰਿਸ਼ਨਾ ਦੀ ਅੱਗ ਹੈ ਉਹ ਸਾਡੇ ਮਨ ਨੂੰ ਸਥਿਰਤਾ ਨਹੀਂ ਜੇ ਹਾਸਲ ਕਰਨ ਦਿੰਦੀ, ਜਾਂ ਸਾਡੇ ਮਨ ਨੂੰ ਉਹ ਟਿਕਣ ਨਹੀਂ ਦਿੰਦੀ। ਮਨ ਨੂੰ ਭੱਜ ਦੌੜ ਵਿੱਚ ਲਾਇਆ ਹੋਇਆ ਉਸੇ ਲੱਗੀ ਤ੍ਰਿਸ਼ਨਾ ਦੀ ਅੱਗ ਨੇ। ਹੁਣ ਉਹ ਤ੍ਰਿਸ਼ਨਾ ਦੀ ਲੱਗੀ ਅੱਗ ਇਹ ਗੱਲ ਕਹਿ ਰਹੀ ਹੈ ਕਿ ਸਹਿਜ ਖੱਟੇ ਲੱਖ ਕੋ ਉਠ ਧਾਵੈ, ਤ੍ਰਿਪਤ ਨ ਆਵੈ ਮਾਇਆ ਪਾਛੈ ਪਾਵੇ। ਹੁਣ ਇਨਸਾਨ ਹਜ਼ਾਰਾਂ ਖੱਟ ਕੇ ਲੱਖਾਂ ਵਾਲੇ ਪਾਸੇ ਦੌੜਨ ਲੱਗਾ, ਸਿਰਫ ਇਸ ਕਰਕੇ ਹੀ ਨਾ ਕਿ ਅੰਦਰਲੀਆਂ ਲਾਲਸਾਵਾਂ ਵੱਧ ਗਈਆਂ। ਪਹਿਲੋਂ 10 ਕਮਾਉਂਦਾ ਸੀ, 10 ਕਮਾ ਕੇ ਵੀ ਪ੍ਰਸੰਨ ਸੀ, ਹੁਣ 100 ਕਮਾਉਣ ਲੱਗ ਗਿਆ, 100 ਕਮਾ ਕੇ ਵੀ ਦੁਖੀ ਹੈ। ਹੁਣ ਹਜ਼ਾਰਾਂ ਕਮਾਉਣ ਲੱਗ ਜਾਏਗਾ, ਹਜ਼ਾਰਾਂ ਕਮਾ ਕੇ ਵੀ ਦੁਖੀ ਹੈ। ਹਜ਼ਾਰਾਂ ਤੋਂ ਬਾਅਦ ਲੱਖਾਂ ਵਾਲੇ ਪਾਸੇ ਤੁਰ ਜਾਂਦਾ, ਦੁਖੀ ਫੇਰ ਉਸੇ ਤਰ੍ਹਾਂ ਹੀ, ਤੇ ਲੱਖਾਂ ਤੋਂ ਬਾਅਦ ਜਦੋਂ ਕਰੋੜਾਂ ਵਾਲੇ ਪਾਸੇ ਵੱਧ ਗਿਆ, ਦੁਖੀ ਫੇਰ ਉਸੇ ਤਰ੍ਹਾਂ ਹੀ ਹੈ। ਬਸ ਇਉਂ ਹੈ, ਜਿਵੇਂ ਜਿਵੇਂ ਇਹਦੀ ਹਾਸਲਤਾ ਵੱਧਦੀ ਗਈ, ਇਹ ਵੱਧ ਤੋਂ ਵੱਧ ਹਾਸਲ ਕਰਦਾ ਗਿਆ, ਉਸੇ ਤਰ੍ਹਾਂ ਅਗਾਂਹ ਤੋਂ ਅਗਾਂਹ ਹਾਸਲ ਕਰਨ ਦੀ ਹੋਰ ਲਾਲਸਾ ਵੱਧਦੀ ਗਈ। ਇਹ ਨਹੀਂ ਵੀ ਸਕੂਨ ਮਿਲ ਗਿਆ ਕੁਝ ਪਦਾਰਥ ਹਾਸਲ ਕਰਕੇ। ਪਹਿਲੋਂ ਕੀ ਸੀ, ਪੈਦਲ ਚੱਲਦਾ ਸੀ, ਕਿਸੇ ਨੂੰ ਸਾਈਕਲ ਤੇ ਚੱਲਦਿਆਂ ਵੇਖਣਾ ਤੇ ਲਾਲਸਾ ਜਾਗੀ ਵੀ ਮੈਨੂੰ ਵੀ ਸਾਈਕਲ ਮਿਲ ਜੇ ਤੇ ਬੜੀ ਵਧੀਆ ਗੱਲ ਹੈ। ਹੁਣ ਕੀ ਪ੍ਰਾਪਤ ਹੋ ਗਿਆ? ਸਾਈਕਲ। ਹੁਣ ਸਾਈਕਲ ਪ੍ਰਾਪਤ ਹੋਇਆ, ਹੁਣ ਦੂਜਿਆਂ ਨੂੰ ਵੇਖਦਾ ਵੀ ਅਗਲਾ 2 ਵੀਲਰ ਤੇ ਤੁਰਿਆ ਜਾਂਦਾ, ਇਹਦੇ ਕੋਲ ਮੋਟਰ ਬਾਈਕ ਹੈ ਤੇ ਬੜੀ ਤੇਜ਼ ਪੈਂਡਾ ਤੈਅ ਕਰ ਲੈਂਦਾ, ਮੇਰੇ ਕੋਲ ਵੀ ਹੋਣੀ ਚਾਹੀਦੀ ਹੈ। ਹੁਣ ਉਹ ਵੀ ਖਰੀਦ ਲਈ, ਲਾਲਸਾ ਸੀ ਪੂਰੀ ਹੋ ਗਈ। ਹੁਣ ਇਹ ਨਹੀਂ ਵੀ ਉੱਥੇ ਆ ਕੇ ਸਬਰ ਹੋ ਗਿਆ, ਹੁਣ ਉੱਥੋਂ ਅਗਾਮ ਲਾਲਸਾ ਫੇਰ ਵਧਣੀ ਹੈ। ਉਹ ਦੂਜੇ ਬੰਦੇ ਕੋਲ 4 ਵੀਲਰ ਹੈ, ਉਹਨੂੰ ਗਰਮੀ ਵਿੱਚ ਨਾ ਕੋਈ ਗਰਮੀ ਦੀ ਚਿੰਤਾ, ਨਾ ਸਰਦੀ ਵਿੱਚ ਕੋਈ ਸਰਦੀ ਦੀ ਚਿੰਤਾ, ਨਾ ਮੀਂਹ ਦੇ ਵਿੱਚ ਉਹਨੂੰ ਕੋਈ ਬਾਰਿਸ਼ ਦੀ ਚਿੰਤਾ, ਗਿੱਲੇ ਹੋਣ ਦੀ ਚਿੰਤਾ। ਇੱਕ ਮੇਰੇ ਕੋਲ ਵੀ 4 ਵੀਲਰ ਹੋਣੀ ਚਾਹੀਦੀ, ਲਾਲਸਾ ਵਧੀ, ਉਹ ਵੀ ਲੈ ਆਇਆ। ਹੁਣ ਇਹ ਨਹੀਂ ਹੈ ਵੀ 4 ਵੀਲਰ ਆ ਗਿਆ ਤੇ ਇਨਸਾਨ ਦੀ ਤ੍ਰਿਸ਼ਨਾ ਮੁੱਕ ਗਈ। ਹੁਣ ਇੱਕ ਲਾਲਸਾ ਹੋਰ ਜਾਗਦੀ ਹੈ, ਆ ਜਿਹੜੀ ਲੈ ਕੇ ਆਇਆ ਨਾ ਆ ਕੋਈ ਬਹੁਤੀ ਚੰਗੀ ਨਹੀਂ ਹੈ, ਹੁਣ ਇੱਕ ਟੌਪ ਮਾਡਲ ਵੀ ਲੈ ਕੇ ਆਉਣਾ ਵੀ ਲੋਕਾਂ ਨੂੰ ਪਤਾ ਲੱਗੇ ਇਹਨੇ 4 ਵੀਲਰ ਰੱਖੇ ਹੈ। ਉਹ ਫਿਰ ਉਹ ਵੀ ਖਰੀਦ ਲਿਆਉਂਦਾ, ਲਾਲਸਾ ਸੀ। ਅਜੇ ਵੀ ਸਥਿਰਤਾ ਨਹੀਂ ਮਿਲੀ, ਅਜੇ ਵੀ ਸਬਰ ਨਹੀਂ ਮਿਲਿਆ। ਹੁਣ ਇਹ ਤੇ ਹੈ ਨਹੀਂ ਵੀ ਜਿਸ ਕੰਪਨੀ ਨੇ ਇੱਕ ਮਾਡਲ ਤਿਆਰ ਕੀਤਾ ਵੀ ਉਹਨੇ ਤਿਆਰ ਕਰਕੇ ਮੁੜ ਕੇ ਕਹਿ ਦੇਣਾ ਵੀ ਲਓ ਜੀ ਅੱਜ ਤੋਂ ਬਾਅਦ ਇਹਦੇ 'ਚ ਕੋਈ ਅਪਡੇਟ ਨਹੀਂ ਕਰਨੀ, ਅਸੀਂ ਇਹਨੇ ਇਸੇ ਤਰ੍ਹਾਂ ਰਹਿਣਾ। ਉਹਨਾਂ ਨੇ ਅਗਲੇ ਸਾਲ ਨੂੰ ਹੋਰ ਮਾਡਲ ਕੱਢ ਦੇਣਾ ਇਹਦੇ ਅੰਦਰ, ਫਿਰ ਲਾਲਸਾ ਵੀ ਉਹ ਖਰੀਦ ਕੇ ਲੈ ਕੇ ਆਉਣੀ ਹੈ। ਸਬਰ ਸਕੂਨ ਤਾਂ ਨਹੀਂ ਨਾ ਜ਼ਿੰਦਗੀ ਦੇ ਅੰਦਰ। ਸਤਿਗੁਰੂ ਕਹਿੰਦੇ ਭਾਈ ਤੇਰੇ ਜੀਵਨ ਦੇ ਅੰਦਰ ਨਾ ਲੱਗੀ ਹੋਈ ਤ੍ਰਿਸ਼ਨਾ ਦੀ ਅੱਗ ਇਸ ਗੱਲ ਦਾ ਪ੍ਰਗਟਾਵਾ ਕਰ ਰਹੀ ਹੈ ਕਿ ਤੈਨੂੰ ਕਦੇ ਸਬਰ ਨਹੀਂ ਆਉਣਾ, ਤੂੰ ਜਿੰਨਾ ਮਰਜ਼ੀ ਯਤਨ ਕਰ ਲੈ। ਕਿਉਂਕਿ ਅੱਗ ਨੇ ਕਦੇ ਅੱਜ ਤੱਕ ਸਬਰ ਨਹੀਂ ਕੀਤਾ ਜਿੰਨਾ ਚਿਰ ਉਹਨੂੰ ਬੁਝਾ ਨਾ ਦਿੱਤਾ ਜਾਏ। ਅੱਗ ਨੂੰ ਬੁਝਾਉਣ ਤੋਂ ਬਿਨਾਂ ਕਦੇ ਟਿਕਾ ਨਹੀਂ ਹੈ। ਘਰ ਨੂੰ ਲੱਗੀ ਹੋਵੇ ਅੱਗ, ਅਸੀਂ ਹੱਥ ਜੋੜ ਕੇ ਬੈਠੇ ਰਹੀਏ, ਕੋਈ ਗੱਲ ਨਹੀਂ ਜੀ। ਜਦੋਂ ਇਹਦਾ ਮਨ ਭਰ ਗਿਆ ਨਾ, ਇਹਨੇ ਜਦੋਂ ਸਾਰਾ ਕੁਝ ਸਾੜ ਲਿਆ, ਇਹਨੇ ਚੁੱਪ ਕਰਕੇ ਬਹਿ ਜਾਣਾ, ਇਹਨੇ ਆਪੇ ਬੁੱਝ ਜਾਣਾ। ਇਦਾਂ ਤੇ ਨਹੀਂ ਹੋਣਾ। ਆਪਣਾ ਵੀ ਸਾੜੇਗਾ, ਨਾਲ ਦੂਜਿਆਂ ਦੇ ਪਤਾ ਨਹੀਂ ਕਿੰਨਿਆਂ ਕੁ ਘਰਾਂ ਨੂੰ ਅੱਗ ਲਾ ਕੇ ਰੱਖ ਦੇਗਾ, ਤੇ ਤੂੰ ਹੱਥ ਜੋੜ ਕੇ ਬੈਠਾ ਵੀ ਜਦੋਂ ਇਹਦਾ ਜੀ ਕਰੇਗਾ ਆਪੇ ਬੁੱਝ ਦੇਗੀ। ਇਦਾਂ ਤੇ ਹੋਣਾ ਕੋਈ ਨਹੀਂ। ਤੇਰੇ ਘਰ ਨੂੰ ਲੱਗੀ ਅੱਗ, ਤੂੰ ਪਹਿਲਾਂ ਕੋਸ਼ਿਸ਼ ਕਰੇਗਾ ਵੀ ਮੈਂ ਇੱਥੇ ਹੀ ਬੁਝਾ ਲਾਂ। ਉਹ ਜੇ ਇੱਕ ਅੱਧਾ ਕੋਈ ਵਸਤੂ ਪਦਾਰਥ ਸੜ ਗਿਆ ਤੇ ਕੋਈ ਗੱਲ ਨਹੀਂ, ਜ਼ਿਆਦਾ ਨੁਕਸਾਨ ਨਹੀਂ ਹੋਇਆ, ਜਾਨੀ ਨੁਕਸਾਨ ਕੋਈ ਨਹੀਂ ਹੋਇਆ, ਮਾਲੀ ਨੁਕਸਾਨ ਕੋਈ ਬਹੁਤਾ ਨਹੀਂ ਹੋਇਆ, ਇਹਨੂੰ ਇੱਥੇ ਹੀ ਬੁਝਾ ਲਿਆ ਜਾਏ। ਇਸ ਗੱਲ ਦਾ ਇੰਤਜ਼ਾਰ ਨਹੀਂ ਬੰਦਾ ਕਰਦਾ, ਇਸ ਟਾਈਮ ਦਾ ਇੰਤਜ਼ਾਰ ਨਹੀਂ ਕਰਦਾ ਕਿ ਜਦੋਂ ਘਰ ਸੜ ਕੇ ਸਵਾਹ ਹੋਏਗਾ ਮੈਂ ਫਿਰ ਟੈਲੀਫੋਨ ਕਰਕੇ ਫਾਇਰ ਬ੍ਰਿਗੇਡ ਵਾਲਿਆਂ ਨੂੰ ਸੱਦਾਂਗਾ ਵੀ ਆ ਜਾਓ ਮੇਰੇ ਘਰ ਨੂੰ ਅੱਗ ਲੱਗ ਗਈ ਤੇ ਅੱਗ ਬੁਝਾਓ। ਇਦਾਂ ਤੇ ਕਦੇ ਇੰਤਜ਼ਾਰ ਵਿੱਚ ਨਹੀਂ ਬੈਠਾ ਇਨਸਾਨ। ਉਸੇ ਵੇਲੇ ਤੁਰ ਪੈਂਦਾ ਵੀ ਮੈਂ ਅੱਗ ਬੁਝਾ ਦਾਂ। ਉਹ ਸੰਸਾਰਿਕ ਤੌਰ ਤੇ ਲੱਗੀ ਅੱਗ ਦਾ ਵੀ ਜੇ ਆਪਾਂ ਵੇਖੀਏ ਤੇ ਉਹਨਾਂ ਚਿਰ ਉਹ ਕਦੇ ਨਹੀਂ ਜੇ ਬੁਝਦੀ, ਉਹਨਾਂ ਚਿਰ ਉਹਨੂੰ ਕਦੇ ਸਬਰ ਨਹੀਂ ਆਇਆ ਜਿੰਨਾ ਚਿਰ ਉਹਨੂੰ ਬੁਝਾਇਆ ਨਾ ਜਾਏ। ਇਹ ਤੇ ਫਿਰ ਤ੍ਰਿਸ਼ਨਾ ਦੀ ਹੈ। ਤੇ ਹੁਣ ਅਸੀਂ ਹੱਥ ਜੋੜ ਕੇ ਬੈਠੇ ਰਹੀਏ
ਤੇ ਇਹ ਆਖੀ ਜਾਈਏ ਜੀ ਜਿੱਦਣ ਇਹਦਾ ਮਨ ਮਤਲਬ ਜਿੱਦਣ ਰੱਜ ਜਾਏਗਾ ਨਾ ਉਦਣ ਇਸ ਅੱਗ ਨੇ ਆਪੇ ਬੁੱਝ ਜਾਣਾ। ਇਹ ਸਾਡੀ ਸਭ ਤੋਂ ਵੱਡੀ ਮੂਰਖਤਾਈ ਹੈ ਕਿ ਅਸੀਂ ਇਹ ਆਸ ਲਾ ਕੇ ਬੈਠੇ ਹਾਂ ਜਿੱਦਣ ਮਨ ਰੱਜੇਗਾ ਉਦਣ ਤ੍ਰਿਸ਼ਨਾ ਦੀ ਅੱਗ ਬੁੱਝ ਜਾਏਗੀ। ਨਹੀਂ, ਨਾ ਮਨ ਨੇ ਕਦੇ ਰੱਜਣਾ ਤੇ ਨਾ ਤ੍ਰਿਸ਼ਨਾ ਦੀ ਅੱਗ ਨੇ ਕਦੇ ਬੁੱਝਣਾ। ਇਸੇ ਕਰਕੇ ਸਤਿਗੁਰੂ ਜੀ ਨੇ ਬਾਣੀ ਚ ਆਖਿਆ ਸੀ, ਤ੍ਰਿਸ਼ਨਾ ਬਿਰਲੇ ਹੀ ਕੀ ਬੁੱਝੀ ਹੈ, ਕੋਟ ਜੋਰੇ ਲੱਖ ਕਰੋਰੇ, ਮਨ ਨਾ ਹੋਰੇ, ਪਰੇ ਪਰੇ ਹੀ ਕੋ ਲੁੱਝੀ ਹੈ। ਇਹ ਮਨ ਐਸਾ ਹੈ ਕਿ ਇਹਦੇ ਅੰਦਰ ਲੱਗੀ ਤ੍ਰਿਸ਼ਨਾ ਦੀ ਅੱਗ ਕਦੇ ਬੁੱਝੀ ਨਹੀਂ। ਇਹ ਪਰੇ ਤੋਂ ਪਰੇ ਹਾਸਲ ਕਰਨ ਦੀ ਲਾਲਸਾ ਰੱਖ ਕੇ ਬੈਠਾ ਹੈ ਤੇ ਇਹਦੇ ਮਨ ਅੰਦਰ ਇਹੀ ਹੈ ਵੀ ਮੈਂ ਹੋਰ ਪਰੇ ਤੋਂ ਪਰੇ ਪਹੁੰਚਾਂ। ਕੋਟ ਜੋਰੇ, ਕਰੋੜਾਂ ਜੋੜ ਵੀ ਲਏ, ਲੱਖ ਕਰੋਰੇ, ਮਨ ਨਾ ਹੋ ਰੇ, ਮਨ ਹਜੇ ਵੀ ਨਹੀਂ ਹੋ ਰਿਹਾ, ਅਜੇ ਵੀ ਨਹੀਂ ਪਿੱਛੇ ਮੁੜਿਆ। ਤੇ ਕੀ ਕਹਿ ਰਿਹਾ, ਪਰੇ ਪਰੇ ਹੀ ਕੋ ਲੁੱਝੀ ਹੈ, ਹੋਰ ਪਰੇ ਤੋਂ ਪਰੇ ਮਨ ਜਾਣ ਦੀ ਲਾਲਸਾ ਰੱਖ ਕੇ ਬੈਠਾ ਵੀ ਮੇਰੇ ਅੰਦਰਲੀ ਲਾਲਸਾ, ਮੇਰੇ ਅੰਦਰਲੀ ਤ੍ਰਿਸ਼ਨਾ, ਮੇਰੇ ਅੰਦਰਲੀ ਜਿਹੜੀ ਪਦਾਰਥਾਂ ਨੂੰ ਪ੍ਰਾਪਤ ਕਰਨ ਦੀ ਇੱਛਾ ਹੈ ਉਹਨੂੰ ਮੈਂ ਸੰਪੂਰਨ ਕਰ ਲਾਂ। ਨਾ ਪਦਾਰਥ ਕਦੇ ਸੰਪੂਰਨ ਹੋਏ, ਨਾ ਪਦਾਰਥਾਂ ਦੀ ਹਾਸਲ ਕਰਨ ਦੀ ਲਾਲਸਾ ਕਦੇ ਪੂਰੀ ਹੋਈ। ਤੇ ਜੇ ਜੀਵ ਇਹ ਆਸ ਲਾ ਕੇ ਬੈਠੇ ਵੀ ਮੈਂ ਸਾਰੇ ਪਦਾਰਥ ਹਾਸਲ ਕਰਕੇ ਤੇ ਫਿਰ ਮਨ ਨੂੰ ਆਪਣੇ ਨੂੰ ਧਰਵਾਸ ਦੇ ਲਿਆਂਗਾ, ਤੇ ਇਹ ਵੀ ਸਭ ਤੋਂ ਵੱਡੀ ਇੱਕ ਭੁੱਲ ਹੈ ਇਨਸਾਨ ਦੀ। ਮਨ ਨੂੰ ਕਦੇ ਏਦਾਂ ਪਦਾਰਥ ਦੇ ਕੇ ਧਰਵਾਸ ਨਹੀਂ ਜੇ ਦਿੱਤਾ ਜਾ ਸਕਦਾ ਜਿੰਨਾ ਚਿਰ ਲੱਗੀ ਤ੍ਰਿਸ਼ਨਾ ਦੀ ਅੱਗ ਨੂੰ ਬੁਝਾਇਆ ਨਾ ਜਾਏ। ਸਤਿਗੁਰੂ ਜੀ ਨੇ ਬਾਣੀ ਦੇ ਅੰਦਰ ਨਾ ਇੱਕ ਬੜਾ ਪਿਆਰਾ ਜ਼ਿਕਰ ਕੀਤਾ। ਮਾਲਕ ਨੇ ਉੱਥੇ ਇੱਕ ਬੜੀ ਪਿਆਰੀ ਨਾ ਉਦਾਹਰਣ ਦਿੱਤੀ, ਇੱਕ ਬੜਾ ਪਿਆਰਾ ਉਹਨਾਂ ਦ੍ਰਿਸ਼ਟਾਂਤ ਦਿੱਤਾ। ਕਹਿੰਦੇ ਅਗਨ ਮਾਰੇ ਜਲ ਪਾਈ ਹੈ, ਅੱਗ ਬੁੱਝ ਜਾਂਦੀ ਹੈ ਉਹਦੇ ਉੱਤੇ ਪਾਣੀ ਪਾਉਣ ਦੇ ਨਾਲ। ਠੀਕ ਉਸੇ ਤਰ੍ਹਾਂ ਜਿਉਂ ਬਾਰਕ ਦੂਧੇ ਮਾਏ, ਇੱਕ ਬੱਚੇ ਨੂੰ ਪੇਟ ਕਰਕੇ ਭੁੱਖ ਲੱਗੀ, ਹੁਣ ਉਹ ਆਪਣੀ ਲੱਗੀ ਹੋਈ ਭੁੱਖ ਨੂੰ ਮਿਟਾਉਣ ਦੇ ਵਾਸਤੇ ਵਿਲਕਦਾ, ਮਤਲਬ ਕੁਰਲਾਉਂਦਾ, ਰੋਂਦਾ, ਉਹ ਆਪਣੀ ਮਾਂ ਨੂੰ ਪੁਕਾਰਦਾ, ਤੇ ਮਾਂ ਉਹਨੂੰ ਆਪਣੀ ਗੋਦ ਵਿੱਚ ਚੁੱਕ ਕੇ ਤੇ ਉਹਨੂੰ ਦੁੱਧ ਪਿਆਉਂਦੀ ਹੈ ਵੀ ਇਹਦੀ ਭੁੱਖ ਮਿਟ ਜਾਏ, ਪੇਟ ਇਹਦਾ ਭਰ ਜਾਏ ਤਾਂ ਜੋ ਆਰਾਮ ਨਾਲੇ ਸੌਂ ਸਕੇ। ਇਸੇ ਤਰ੍ਹਾਂ ਹੀ ਹੁੰਦਾ। ਹੁਣ ਉਹਨੇ ਪੇਟ ਭਰਿਆ, ਆਪਣਾ ਪੇਟ ਭਰਨ ਤੋਂ ਬਾਅਦ ਉਹ ਸੌਂ ਗਿਆ, ਮਤਲਬ ਸਕੂਨ ਮਿਲ ਗਿਆ, ਕਿਉਂਕਿ ਪੇਟ ਵਿੱਚ ਲੱਗੀ ਭੁੱਖ ਜਿਹੜੀ ਸੀ ਨਾ ਉਹ ਮਿਟ ਗਈ। ਬਸ ਇਹੀ ਹਾਲਤ ਇਨਸਾਨ ਦੀ ਹੈ। ਇਹਦੇ ਅੰਦਰ ਲੱਗੀ ਤ੍ਰਿਸ਼ਨਾ ਦੀ ਅੱਗ ਇੰਨੀ ਕੁ ਜ਼ਿਆਦਾ ਭਿਆਨਕ ਹੈ ਕਿ ਇਹ ਹਰ ਵਕਤ ਕੁਰਲਾ ਰਿਹਾ ਕਿ ਮੈਨੂੰ ਸਕੂਨ ਮਿਲੇ। ਤੇ ਸਕੂਨ ਕਿੱਥੋਂ ਲੱਭ ਰਿਹਾ? ਅੱਗ ਵਿੱਚੋਂ ਹੀ ਸਕੂਨ ਲੱਭੀ ਜਾਂਦਾ ਹੈ। ਹੁਣ ਜੇ ਇੱਕ ਬੱਚੇ ਨੂੰ ਭੁੱਖ ਲੱਗੀ ਹੈ ਤੇ ਉਹਦੀ ਭੁੱਖ ਕਦੋਂ ਮਿਟੀ? ਜਦੋਂ ਮਾਂ ਨੇ ਉਹਨੂੰ ਦੁੱਧ ਪਿਆਇਆ ਜਾਂ ਕੋਈ ਪਦਾਰਥ ਦਿੱਤਾ ਖਾਣ ਵਾਸਤੇ, ਉਹਦੀ ਭੁੱਖ ਉਦੋਂ ਮਿਟੀ। ਜੇ ਹੁਣ ਉਹ ਬੈਠਾ ਇਹ ਕਹੀ ਜਾਵੇ ਕਿ ਮੈਨੂੰ ਭੁੱਖ ਲੱਗੀ ਹੈ ਤੇ ਮੈਂ ਆਪਣੀ ਭੁੱਖ ਮਿਟਾਉਣੀ ਹੈ, ਭੁੱਖ ਮਿਟਾਵਾਂਗਾ ਵੀ ਭੁੱਖ ਦੇ ਨਾਲ ਹੀ, ਕੀ ਮਿਟ ਸਕਦੀ ਹੈ? ਵੀ ਮੈਨੂੰ ਪੇਟ ਕਰਕੇ ਭੁੱਖ ਲੱਗੀ ਹੈ, ਨਾ ਮੈਂ ਕੋਈ ਪਦਾਰਥ ਨੂੰ ਛਕਾਂਗਾ, ਨਾ ਕਿਸੇ ਪਦਾਰਥ ਦਾ ਸੇਵਨ ਕਰਾਂਗਾ, ਤੇ ਨਾ ਹੀ ਮੈਂ ਕਿਸੇ ਹੋਰ ਪਦਾਰਥ ਨੂੰ 36 ਪ੍ਰਕਾਰ ਦੇ ਭੋਜਨਾਂ ਵਿੱਚੋਂ ਕੋਈ ਪਦਾਰਥ ਗ੍ਰਹਿਣ ਕਰਾਂਗਾ। ਭੁੱਖ ਮੈਂ ਫਿਰ ਵੀ ਮਿਟਾ ਲੈਣੀ ਆ, ਮਿਟਾਵਾਂਗਾ ਵੀ ਭੁੱਖਾ ਰਹਿ ਕੇ, ਭੁੱਖ ਦੇ ਨਾਲ ਹੀ ਆਪਣੀ ਭੁੱਖ ਨੂੰ ਖਤਮ ਕਰਨਾ। ਕਿੰਨਾ ਕੁ ਚਿਰ ਮਿਟਾ ਲੇਗਾ? ਇੱਕ ਦਿਨ ਐਸਾ ਆਏਗਾ ਜਿਸ ਦਿਨ ਡਾਕਟਰ ਕਹਿਣਗੇ ਵੀ ਸੱਜਣਾ ਹੁਣ ਤੂੰ ਜੇ ਨਾ ਭੋਜਨ ਛਕਿਆ ਨਾ ਤੇ ਤੇਰੀ ਮੌਤ ਹੈ, ਮਰ ਜਾਏਗਾ ਤੂੰ। ਤੇ ਜੇ ਆਪਾਂ ਇਸ ਗੱਲ ਨੂੰ ਸਮਝੀਏ ਨਾ, ਬੰਦਾ ਆਪਣੀ ਤ੍ਰਿਸ਼ਨਾ ਦੀ ਅੱਗ ਬੁਝਾਉਣੀ ਚਾਹੁੰਦਾ, ਪਰ ਅਫਸੋਸ ਅੱਗ ਦੇ ਨਾਲ ਅੱਗ ਬੁਝਾਉਣੀ ਚਾਹੁੰਦਾ ਹੈ। ਤੇ ਇੱਕ ਦਿਨ ਐਸਾ ਆ ਜਾਂਦਾ ਜਿਸ ਦਿਨ ਗੁਰੂ ਬੋਲ ਕੇ ਕਹਿ ਦਿੰਦਾ, ਸੱਜਣਾ ਜੇ ਹੁਣ ਅੱਗ ਨਾ ਬੁਝਾਈ ਤੇ ਤੂੰ ਮਰ ਜਾਣਾ ਹੈ। ਜਿਵੇਂ ਭੁੱਖ ਦੇ ਨਾਲ ਭੁੱਖ ਮਿਟਾਉਣ ਦਾ ਯਤਨ ਕੀਤਾ ਪਰ ਭੁੱਖ ਮਿਟੀ ਨਹੀਂ, ਤੇ ਉਹ ਦਿਨ ਬਾ ਦਿਨ ਭੁੱਖੇ ਰਿਹਾ। 2 ਦਿਨ, 4 ਦਿਨ, 10 ਦਿਨ, 12 ਦਿਨ, 20 ਦਿਨ, 40 ਦਿਨ ਲੰਘ ਗਏ।
40 ਦਿਨਾਂ ਬਾਅਦ ਡਾਕਟਰ ਨੇ ਆ ਕੇ ਕਹਿਤਾ, ਸੱਜਣਾ ਜੇ ਅੱਜ ਭੋਜਨ ਨਾ ਛਕਿਆ ਤੇ ਤੂੰ ਮਰ ਜਾਣਾ, ਕਿਉਂਕਿ ਤੇਰੇ ਸਰੀਰ ਅੰਦਰ એનર્ਜੀ ਮੁੱਕ ਚੁੱਕੀ ਹੈ। 40 ਕੁ ਦਿਨਾਂ ਤੱਕ ਬੰਦਾ ਪੇਟ ਦੀ ਭੁੱਖ ਨੂੰ ਸਹਾਰ ਸਕਦਾ, ਉਹ ਤੋਂ ਬਾਅਦ ਚ ਨਹੀਂ। ਇਸੇ ਲਈ ਮੈਂ 40 ਦਿਨਾਂ ਦਾ ਜ਼ਿਕਰ ਕੀਤਾ ਵੀ ਡਾਕਟਰ ਨੇ ਉਹ ਤੋਂ ਬਾਅਦ ਚ ਆ ਕੇ ਕਹਿ ਦੇਣਾ ਵੀ ਹੁਣ ਤੂੰ ਮਰ ਜਾਣਾ ਜੇ ਭੋਜਨ ਨਾ ਛਕਿਆ ਸੰਸਾਰਕ ਤੌਰ ਤੇ ਗੁਰੂ ਵੀ ਵੇਖਦਾ ਇਸ ਮਨੁੱਖ ਦੇ ਅੰਦਰ ਲੱਗੀ ਤ੍ਰਿਸ਼ਨਾ ਦੀ ਅੱਗ ਨੂੰ। ਵੇਖਦੇ ਅਗੇ ਗੁਰੂ ਨੇ ਵੇਖਿਆ ਵੀ ਇਹਨੇ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ, ਪਰ ਇਹਦੀ ਕੋਸ਼ਿਸ਼, ਇਹਦਾ ਤਰੀਕਾ ਗਲਤ ਹੈ। ਇਹ ਅੱਗ ਦੇ ਨਾਲ ਹੀ ਅੱਗ ਬੁਝਾਉਣੀ ਚਾਹੁੰਦਾ ਹੈ। ਇੱਕ ਦਿਨ ਐਸਾ ਆਉਂਦਾ ਜਿੱਦਣ ਅੱਗ ਦੇ ਵਿੱਚ ਝੁਲਸਿਆ, ਗੁਰੂ ਇਹਨੂੰ ਵੇਖਦਾ ਹੈ ਨਾ, ਮਤਲਬ ਅੱਗ ਦੇ ਅੰਦਰ ਇਹ ਇਨਸਾਨ ਝੁਲਸ ਚੁੱਕਿਆ, ਹੁਣ ਕੋਈ ਉਮੀਦ ਨਹੀਂ ਇਹਦੇ ਬਚਣ ਦੀ। ਉਦਣ ਗੁਰੂ ਆ ਕੇ ਇਹਨੂੰ ਸੁਚੇਤ ਕਰਦਾ, ਸੱਜਣਾ ਜੇ ਅੱਗ ਨਾ ਬੁਝਾਈ ਨਾ ਤੇ ਹੁਣ ਤੂੰ ਮਰ ਜਾਣਾ। ਤੇ ਵਾਕਈ ਸੱਚਮੁੱਚ ਜੀਵ ਅਧਿਆਤਮਿਕ ਮੌਤ ਮਰ ਜਾਂਦਾ ਹੈ ਜੇ ਆਪਣੀ ਅੱਗ ਨਾ ਬੁਝਾਵੇ। ਤੇ ਸਤਿਗੁਰੂ ਜੀ ਨੇ ਬੜਾ ਪਿਆਰਾ ਜ਼ਿਕਰ ਕੀਤਾ। ਮਲਕ ਜੀ ਕਹਿੰਦੇ ਅਗਨ ਮਰ ਜਾਂਦੀ ਹੈ ਉਦੋਂ, ਪਰ ਜਦੋਂ ਜਲ ਉਹਦੇ ਉੱਤੇ ਪਾਇਆ ਜਾਏ। ਜੇ ਅੱਗ ਦੇ ਉੱਤੇ ਜਲ ਨਾ ਪਾਇਆ ਜਾਏ ਤੇ ਉਹ ਕਦੇ ਬੁਝੀ ਨਹੀਂ। ਤੇ ਸਤਿਗੁਰੂ ਜੀ ਨੇ ਬਾਣੀ 'ਚ ਆਖਿਆ, ਤ੍ਰਿਸ਼ਨਾ ਅਗਨ ਪ੍ਰਭ ਆਪ ਬੁਝਾਈ, ਨਾਨਕ ਉਧਰੇ ਪ੍ਰਭ ਸ਼ਰਨਾਈ। ਮਾਲਕ ਕਹਿੰਦੇ ਤ੍ਰਿਸ਼ਨਾ ਦੀ ਅੱਗ ਬੁਝ ਜਾਂਦੀ ਹੈ, ਪਰ ਤ੍ਰਿਸ਼ਨਾ ਦੀ ਅੱਗ ਉਦੋਂ ਬੁਝਦੀ ਜਦੋਂ ਕਿਤੇ ਸ਼ਬਦ ਦਾ ਸਹਾਰਾ ਲੈ ਲਿਆ ਜਾਏ। ਤ੍ਰਿਸ਼ਨਾ ਅਗਨ ਸ਼ਬਦ ਬੁਝਾਏ, ਜੇ ਕਿਤੇ ਸ਼ਬਦ ਦਾ ਆਸਰਾ ਲੈ ਲਿਆ ਜਾਏ ਫਿਰ ਜੀਵਨ ਵਿੱਚੋਂ ਤ੍ਰਿਸ਼ਨਾ ਦੀ ਅੱਗ ਬੁਝਦੀ ਹੈ। ਨਹੀਂ ਤੇ ਲਾਲਸਾ ਲੈ ਕੇ ਬੈਠਾ। ਖਤਮ ਨਹੀਂ ਹੋਈ ਲਾਲਸਾ। ਜਾਂ ਤੇ ਦਾਵਾ ਕਰਕੇ ਕੋਈ ਇਹ ਗੱਲ ਕਹਿ ਦੇ ਕਿ ਮੈਂ ਪਦਾਰਥ ਹਾਸਲ ਕਰ ਕਰਕੇ ਆਪਣੇ ਜੀਵਨ ਦੇ ਅੰਦਰ ਸਕੂਨ ਹਾਸਲ ਕਰ ਲਿਆ, ਮੇਰੀ ਅੱਗ ਤ੍ਰਿਸ਼ਨਾ ਦੀ ਬੁਝ ਗਈ ਹੈ। ਇਤਿਹਾਸ ਪੜ੍ਹਦੇ ਆ, ਉਸ ਬਾਦਸ਼ਾਹ ਨੂੰ ਕਦੇ ਆਪਾਂ ਵਿਸਾਰ ਨਹੀਂ ਸਕਦੇ ਜਿਹੜਾ ਮੁਰਦਿਆਂ ਦੇ ਮੂੰਹ ਵਿੱਚ ਪਏ ਰੁਪਈਏ ਵੀ ਕੱਢ ਕੇ ਸਬਰ ਚਾਹੁੰਦਾ, ਪਰ ਨਹੀਂ ਮਿਲਿਆ। ਸਿਕੰਦਰ ਵਰਗਾ ਦੁਨੀਆ ਜਿੱਤ ਕੇ ਵੀ ਕਹਿੰਦਾ ਸਕੂਨ ਨਹੀਂ ਹੈ, ਸਬਰ ਨਹੀਂ ਹੈ। ਅਸੀਂ ਤੇ ਫੇਰ ਅਸੰਸਾਰਕ ਤੌਰ ਉਤੇ ਜਿਉਣ ਵਾਲੇ ਆਮ ਇਨਸਾਨ ਆ, ਉਹ ਦੁਨੀਆ ਜਿੱਤਣ ਵਾਲੇ ਨੂੰ ਜੇ ਸਕੂਨ ਨਹੀਂ ਮਿਲਿਆ, ਜਿਹਦੇ ਕੋਲ ਹਰ ਪਦਾਰਥ ਹੈ, ਉਹ ਜਿਹਦੇ ਕੋਲੋਂ ਜੋ ਮਰਜ਼ੀ ਚਾਹੇ ਹਾਸਲ ਕਰ ਸਕਦਾ, ਉਹਨੂੰ ਜਿਸ ਪਦਾਰਥ ਦੀ ਲੋੜ ਹੈ ਉਹ ਜਦੋਂ ਮਰਜ਼ੀ ਹਾਸਲ ਕਰ ਸਕਦਾ। ਠੀਕ ਹੈ, ਅਸੀਂ ਕਹਿ ਸਕਦੇ ਹਾਂ ਜੀ ਸਾਡੀ ਪਾਇਆ ਇੰਨੀ ਨਹੀਂ, ਸਾਡਾ ਜਿਹੜੀ ਹੈਸੀਅਤ ਹੈ ਉਹ ਇਤਨੀ ਵੱਡੀ ਨਹੀਂ ਕਿ ਅਸੀਂ ਹਰ ਪਦਾਰਥ ਹਾਸਲ ਕਰ ਲਈਏ, ਕਿਉਂਕਿ ਸਾਡਾ ਇਕਨੋਮਿਕਲੀ ਪੱਖ ਬਹੁਤਾ ਸਟਰੋਂਗ ਨਹੀਂ ਹੈ। ਅਸੀਂ ਇਹ ਗੱਲ ਹੁਣ ਸਿਕੰਦਰ ਨਾਲੋਂ ਵੱਧ ਕੇ ਜੇ ਅਮੀਰਜ਼ਾਦੇ ਦੀ ਗੱਲ ਕਰਾਂਗੇ ਤੇ ਕੋਈ ਵੀ ਨਹੀਂ ਹੈ। ਉਹ ਤੇ ਦੁਨੀਆ ਜਿੱਤ ਲਈ ਨਾ ਉਹਨੇ, ਸਾਰੀ ਦੀ ਸਾਰੀ ਦੁਨੀਆ ਦਾ ਬਾਦਸ਼ਾਹ, ਰਾਜ ਕਰਨ ਵਾਲਾ। ਹੁਣ ਜਿਸ ਪਾਸੇ ਮਰਜ਼ੀ ਹੁਕਮ ਕਰਕੇ ਕਹਿ ਦੇ ਮੈਨੂੰ ਆਹ ਪਦਾਰਥ ਚਾਹੀਦਾ, ਲੋਕ ਤੇ ਮਗਰ ਮਗਰ ਲਏ ਫਿਰਨਗੇ ਵੀ ਲਓ ਜੀ ਬਾਦਸ਼ਾਹ ਤੁਹਾਨੂੰ ਆਹ ਪਦਾਰਥ ਚਾਹੀਦਾ। ਤੇ ਜੇ ਉਹ ਬੰਦਾ ਇੰਨੀ ਗੱਲ ਕਹਿ ਸਕਦਾ ਨਾ ਮੇਰੇ ਕੋਲ ਸਬਰ ਨਹੀਂ ਹੈ, ਤੇ ਆਪਣੇ ਮਨਾਂ ਵਿੱਚ ਝਾਤ ਮਾਰ ਕੇ ਵੇਖੀਏ ਸਾਨੂੰ ਸਬਰ ਕਿੱਥੋਂ ਮਿਲ ਜਾਣਾ। ਬਾਤ ਇਹ ਹੈ ਕਿ ਸੰਸਾਰਕ ਪਦਾਰਥਾਂ ਦੇ ਵਿੱਚੋਂ ਅੱਜ ਤੱਕ ਨਾ ਕਿਸੇ ਨੂੰ ਸਬਰ ਮਿਲਿਆ ਤੇ ਨਾ ਹੀ ਆਉਣ ਵਾਲੇ ਸਮੇਂ ਵਿੱਚ ਕਿਸੇ ਨੂੰ ਸਬਰ ਮਿਲ ਸਕਦਾ ਹੈ। ਉਹ ਚਾਹੇ ਸਿਕੰਦਰ ਨਾਲੋਂ ਵੱਧ ਕੇ ਰਾਜ ਕਰ ਲਏ, ਵੱਡਾ ਬਾਦਸ਼ਾਹ ਕਿਉਂ ਨਾ ਬਣ ਜਾਏ, ਪਰ ਕਦੇ ਜੀਵਨ ਵਿੱਚ ਸਬਰ ਸੰਸਾਰਕ ਪਦਾਰਥ ਹਾਸਲ ਕਰਕੇ ਨਹੀਂ ਆਏਗਾ। ਜਿਸ ਦਿਨ ਸੰਸਾਰਕ ਪਦਾਰਥਾਂ ਦੀ ਲਾਲਸਾ ਛੱਡ ਕੇ ਜੀਵ ਮਨ ਕਰਕੇ ਆਪਣੇ ਆਪ ਨੂੰ ਰਜਾ ਲਏਗਾ, ਮਨ ਕਰਕੇ ਤ੍ਰਿਪਤੀ ਇਹਦੀ ਹੋ ਜਾਏਗੀ, ਉਸ ਦਿਨ ਆਖ ਸਕਦੇ ਆ ਕਿ ਪੇਟ ਕਰਕੇ ਭੁੱਖਾ, ਵਸਤਰਾਂ ਤੋਂ ਹੀਣਾ ਤੇ ਘਰ ਤੋਂ ਬੇਘਰ ਇਨਸਾਨ ਵੀ ਇੱਕ ਬਾਦਸ਼ਾਹ ਹੋਏਗਾ ਤੇ ਰੱਜਿਆ ਹੋਏਗਾ, ਕਿਉਂਕਿ ਉਹ ਮਨ ਕਰਕੇ ਤ੍ਰਿਪਤ ਹੈ, ਉਹਨੂੰ ਤਨ ਕਰਕੇ ਤ੍ਰਿਪਤੀ ਦੀ ਕੋਈ ਬਹੁਤੀ ਲੋੜ ਨਹੀਂ ਹੈ। ਤਨ ਕਰਕੇ ਜਦੋਂ ਤ੍ਰਿਪਤੀ ਆਪਾਂ ਚਾਹੁੰਦੇ ਆ ਨਾ, ਉਦੋਂ ਇੱਕ ਤੋਂ ਦੂਜੇ ਪਦਾਰਥ ਵੱਲ ਆਕਰਸ਼ਤਾ ਆਪੇ ਬਣ ਜਾਂਦੀ ਹੈ। ਇੱਕ ਪਦਾਰਥ ਹਾਸਲ ਕਰਾਂਗੇ
ਫਿਰ ਉਹਦੇ ਪ੍ਰਤੀ ਮਨ ਵਿੱਚ ਲਾਲਸਾ ਵਧੇਗੀ। ਹੁਣ ਜਿਵੇਂ ਜਿਵੇਂ ਉਸ ਪਦਾਰਥ ਦੇ ਵਿੱਚ ਅਪਡੇਟ ਹੁੰਦੀ ਜਾਏਗੀ, ਤਿਵੇਂ ਤਿਵੇਂ ਸਾਡੀ ਆਕਰਸ਼ਤਾ ਉਹਦੇ ਵੱਲ ਹੋਰ ਵੱਧਦੀ ਜਾਣੀ ਹੈ, ਕਦੀ ਘਟੇਗੀ ਨਹੀਂ। ਇਹ ਤਨ ਕਰਕੇ ਅਸੀਂ ਤ੍ਰਿਪਤੀ ਜਿਹੜੀ ਕਰਨੀ ਚਾਹੁੰਦੇ ਆ। ਤੇ ਸਤਿਗੁਰੂ ਨੇ ਅੱਜ ਸਾਨੂੰ ਮਨ ਕਰਕੇ ਤ੍ਰਿਪਤ ਹੋਣ ਦੀ ਬਾਤ ਕੀਤੀ। ਮਾਲਕ ਕਹਿੰਦੇ ਅਗਨ ਮਰੈ ਜਲ ਲੋੜ ਲਹੋ। ਸੱਜਣਾ, ਜਿਹੜੇ ਤੇਰੇ ਅੰਦਰ ਲੱਗੀ ਹੈ ਨਾ ਤ੍ਰਿਸ਼ਨਾ ਦੀ ਅੱਗ, ਜੇ ਇਹਨੂੰ ਬੁਝਾਉਣੀ ਚਾਹੁੰਦਾ ਤੇ ਫਿਰ ਜਲ ਲੋੜ ਲਹੋ, ਜਲ ਹਾਸਲ ਕਰ। ਤੇ ਉਹ ਜਲ ਜਿਹੜਾ ਗੁਰੂ ਦੀ ਕਿਰਪਾ ਦਾ, ਉਹ ਜਲ ਜਿਹੜਾ ਗੁਰੂ ਦੇ ਨਾਮ ਦਾ, ਉਹ ਜਲ ਜਿਹੜਾ ਪਰਮਾਤਮਾ ਦੀ ਰਹਿਮਤ ਦਾ, ਜਿੰਨਾ ਚਿਰ ਉਹ ਜਲ ਤੈਨੂੰ ਨਹੀਂ ਮਿਲ ਜਾਂਦਾ ਸੱਜਣਾ, ਤੇਰੇ ਜੀਵਨ ਚੋਂ ਅੱਗ ਨਹੀਂ ਉਹ ਬੁੱਝਣੀ। ਮਤਲਬ ਸਕੂਨ ਮਿਲਣਾ, ਪਰ ਸਕੂਨ ਉਦਣ ਮਿਲੇਗਾ ਜਿੱਦਣ ਗੁਰੂ ਪਰਮਾਤਮਾ ਦਾ ਨਾਮ ਰੂਪੀ ਜਲ ਤੈਨੂੰ ਮਿਲ ਜਾਏਗਾ। ਸੱਜਣਾ, ਜਿੱਦਣ ਜਲ ਮਿਲ ਗਿਆ ਉਦਣ ਤੇਰੇ ਲੱਗੀ ਅੱਗ ਤ੍ਰਿਸ਼ਨਾ ਦੀ ਬੁੱਝ ਜਾਏਗੀ। ਤੇ ਨਾਲ ਮਾਲਕ ਨੇ ਇਹ ਕਹਿਤਾ ਵਿਣ ਗੁਰ ਜਲ ਨਿਧ, ਜਿਹੜਾ ਗੁਰੂ ਤੋਂ ਬਿਨਾ, ਗੁਰੂ ਰੂਪ ਸਮੁੰਦਰ ਤੋਂ ਬਿਨਾ ਗੁਰ ਨਿਧ ਜਲ ਨਾਹੇ। ਇਹ ਜਲ ਗੁਰੂ ਤੋਂ ਬਿਨਾ ਮਿਲਣਾ ਵੀ ਕੋਈ ਨਹੀਂ ਹੈ, ਜਿੰਨਾ ਮਰਜੀ ਯਤਨ ਕਰ ਲਾ। ਮਤਲਬ ਜੇ ਮਨ ਦੀ ਤ੍ਰਿਪਤੀ ਹੈ ਤੇ ਉਹ ਗੁਰੂ ਨੇ ਦੇਣੀ, ਕਿਸੇ ਦੂਜੇ ਨੇ ਨਹੀਂ। ਇਨਸਾਨ ਜਿੰਨੀ ਮਰਜੀ ਕੋਸ਼ਿਸ਼ ਕਰ ਲੇ, ਜਿਤਨਾ ਮਰਜੀ ਯਤਨ ਕਰ ਲੇ, ਮਨ ਕਰਕੇ ਤ੍ਰਿਪਤੀ ਕਿਸੇ ਸੰਸਾਰਿਕ ਵਸਤੂ ਪਦਾਰਥ ਤੋਂ ਨਹੀਂ, ਉਸ ਦਿਨ ਹੀ ਮਿਲੇਗੀ ਜਿੱਦਣ ਗੁਰੂ ਆਪ ਕਿਰਪਾ ਕਰਕੇ ਮਨ ਨੂੰ ਸੰਤੋਖ 'ਚ ਲੈ ਆਏਗਾ ਨਾ। ਸਾਡਾ ਮਨ ਗੁਰੂ ਦੇ ਦਰਸਾਏ ਮਾਰਗ ਤੇ ਚੱਲ ਕੇ ਸਬਰ 'ਚ ਆ ਜਾਏਗਾ, ਉਦਣ ਮਨ ਰੱਜ ਜਾਏਗਾ। ਤੇ ਉਦਣ ਮਨ ਆਖੇਗਾ ਵੀ ਅੱਜ ਤ੍ਰਿਸ਼ਨਾ ਦੀ ਅੱਗ ਬੁੱਝ ਗਈ ਤੇ ਅੱਜ ਮੇਰੇ ਕੋਲ ਸਬਰ ਹੈ, ਅੱਜ ਮੇਰੀਆਂ ਲਾਲਸਾਵਾਂ ਮੁੱਕ ਗਈਆਂ ਹਨ। ਜਨਮ ਮਰੈ ਪਰਮਾਈਐ ਜੇ ਲੱਖ ਕਰਮ ਕਮਾਹੇ। ਤੇ ਜੇ ਅੱਗ ਨਾ ਬੁਝਾਈ ਨਾ, ਹੁਣ ਨਤੀਜਾ ਵੀ ਦੱਸਿਆ ਸਤਿਗੁਰੂ ਨੇ ਵੀ ਕੀ ਬਣਨਾ। ਅੱਗ 'ਚ ਝੁਲਸ ਜਾਏਗਾ। ਸੁਭਾਵ ਹੈ ਅੱਗ ਦਾ ਸਾੜ ਦੇਣਾ। ਅੱਗ ਨਾ ਬੁਝਾਈ ਜਾਏ ਤੇ ਕੀ ਉਮੀਦ ਕਰਾਂਗੇ ਅਸੀਂ ਵੀ ਉਹਨੇ ਕੁਝ ਵੀ ਨਹੀਂ ਸਾੜਨਾ, ਉਹਨੇ ਸਾਰਾ ਕੁਝ ਸਵਾਹ ਕਰਕੇ ਰੱਖ ਦੇਣਾ। ਉਹਨੇ ਨਹੀਂ ਵੇਖਣਾ ਕੀਮਤੀ ਪਦਾਰਥ ਕਿਹੜਾ, ਤੇ ਉਹਨੇ ਨਹੀਂ ਵੇਖਣਾ ਬਿਨਾਂ ਕੀਮਤ ਵਾਲਾ ਕਿਹੜਾ, ਕਿਹੜਾ ਐਵੇਂ ਫੋਕਟ ਪਦਾਰਥ ਹੈ। ਅੱਗ ਦੇ ਸਾਹਮਣੇ ਚਾਹੇ ਰੱਖ ਦਈਏ ਅਸੀਂ ਰੁਪਈਆਂ ਵਾਲਾ ਪਦਾਰਥ, ਤੇ ਭਾਵੇਂ ਲੱਖਾਂ ਵਾਲਾ, ਭਾਵੇਂ ਕਰੋੜਾਂ ਵਾਲਾ ਕਿਉਂ ਨਾ ਰੱਖ ਦਈਏ, ਅੱਗ ਦਾ ਕੰਮ ਇੱਕ ਹੈ ਕਿ ਉਹਨੇ ਸਾੜਨਾ ਹੀ ਹੈ, ਹੋਰ ਕੁਝ ਨਹੀਂ ਕਰਨਾ ਉਹਨੇ। ਅੱਗ ਨੇ ਸੋਚ ਕੇ ਥੋੜੀ ਸਾੜਨਾ, ਜਾਂ ਉਹਨੇ ਪੁੱਛ ਕੇ ਨਹੀਂ ਸਾੜਨਾ ਵੀ ਮੈਂ ਭਾਈ ਦੱਸ ਆ ਤੈਨੂੰ ਪਦਾਰਥ ਚਾਹੀਦਾ ਤੇ ਨਹੀਂ, ਵੀ ਜੇ ਤੈਨੂੰ ਨਹੀਂ ਚਾਹੀਦਾ ਤੇ ਮੈਂ ਸਾੜ ਦੇਣੀ ਆ, ਤੇ ਜੇ ਤੈਨੂੰ ਚਾਹੀਦਾ ਮੈਂ ਛੱਡ ਦੇਣੀ ਆ। ਅੱਗ ਨੇ ਕਦੇ ਇਦਾਂ ਤਾਂ ਨਹੀਂ। ਘਰ ਨੂੰ ਜੇ ਅੱਗ ਲੱਗੀ ਹੋਵੇ ਉਹਨੇ ਸਾਨੂੰ ਪੁੱਛ ਕੇ ਨਹੀਂ ਸਾੜਨਾ ਕੁਛ, ਉਹਦੇ ਸਾਹਮਣੇ ਉਹਦੇ ਵਿੱਚ ਜਿਹੜਾ ਕੁਛ ਆਈ ਗਿਆ ਉਹਨੇ ਝੁਲਸੀ ਜਾਣਾ, ਸਾਰਾ ਕੁਝ ਸਾੜ ਕੇ ਰੱਖ ਦੇਣਾ। ਸਾਡੇ ਸਰੀਰ ਤੇ ਪਹਿਨਣ ਵਾਲੇ ਕੱਪੜੇ ਆਏ ਉਹਨੇ ਉਹ ਵੀ ਸਾੜ ਦੇਣੇ, ਸਾਡੇ ਘਰ ਵਿਚਲਾ ਸਾਮਾਨ ਆਇਆ ਉਹਨੇ ਉਹ ਵੀ ਸਾੜ ਦੇਣਾ, ਚਾਹੇ ਕੋਈ ਕਿਸੇ ਤਰ੍ਹਾਂ ਦਾ ਪਦਾਰਥ ਸੀ। ਅੱਗ ਦੇ ਵਿੱਚ ਇੰਨਾ ਬਲ, ਇੰਨੀ ਤਾਕਤ ਹੈ ਕਿ ਲੋਹੇ ਦੇ ਪਦਾਰਥ ਵੀ ਆਏ ਨਾ ਉਹਨੇ ਉਹ ਵੀ ਪਿਘਲਾ ਕੇ ਰੱਖਤੇ, ਧਾਤ ਬਣਾ ਕੇ ਰੱਖਤੇ, ਉਹਨੇ ਸਾੜ ਕੇ ਰੱਖਤੇ, ਕਿਸੇ ਪਦਾਰਥ ਨੂੰ ਨਹੀਂ ਛੱਡਿਆ ਉਹਨੇ। ਧਨ ਆਇਆ ਉਹਨੇ ਉਹ ਵੀ ਸਾੜਤਾ, ਕੱਪੜੇ ਆਏ ਉਹਨੇ ਉਹ ਵੀ ਸਾੜਤੇ, ਕਾਗਜ਼ ਕੀਮਤੀ ਆਏ ਉਹਨੇ ਉਹ ਵੀ ਸਾੜਤੇ, ਘਰ ਦਾ ਸਾਮਾਨ ਫਰਨੀਚਰ ਆਇਆ ਉਹਨੇ ਉਹ ਵੀ ਸਾੜਤਾ, ਜੇ ਰਸੋਈ ਵਿਚਲੇ ਬਰਤਨ ਆਏ ਤੇ ਉਹਨੇ ਉਹ ਵੀ ਸਾੜ ਕੇ ਰੱਖਤੇ। ਉਹਨੇ ਕਿਸੇ ਵਸਤੂ ਪਦਾਰਥ ਨੂੰ ਨਹੀਂ ਛੱਡਿਆ, ਨਾ ਕੋਈ ਕੀਮਤੀ ਤੇ ਨਾ ਕੋਈ ਬੇਕੀਮਤੀ, ਕਿਸੇ ਵਸਤੂ ਨੂੰ ਨਹੀਂ ਛੱਡਿਆ। ਜੋ ਵਸਤੂ ਆਈ ਗਈ ਉਹਨੂੰ ਸਾੜਦੀ ਗਈ। ਤ੍ਰਿਸ਼ਨਾ ਦੀ ਅੱਗ ਗੁਰੂ ਨਾਨਕ ਸਾਹਿਬ ਕਹਿੰਦੇ ਸੱਜਣਾ ਜੇ ਤੂੰ ਨਾ ਬੁਝਾਈ ਨਾ ਤੇ ਖਿਆਲ ਕਰੀ ਇਹਨੇ ਤੈਨੂੰ ਪੁੱਛਣਾ ਨਹੀਂ ਵੀ ਮੈਂ ਤੈਨੂੰ ਝੁਲਸਾਂ ਕਿ ਨਾ ਝੁਲਸਾਂ, ਮਤਲਬ ਤੈਨੂੰ ਸਾੜਾਂ ਕਿ ਨਾ ਸਾੜਾਂ, ਇਹਨੇ ਪੁੱਛਣਾ ਨਹੀਂ। ਜਿਹੜਾ ਇਸ ਅੱਗ ਨੂੰ ਬੁਝਾ ਲੈਂਦਾ ਉਹ ਤੇ ਜਾਂਦਾ ਬਚ, ਤੇ ਜਿਹੜਾ ਅੱਗ ਨੂੰ ਨਾ ਬੁਝਾ ਸਕਿਆ ਸਤਿਗੁਰੂ ਕਹਿੰਦੇ ਜਨਮ ਮਰੈ ਭਰਮਾਈ ਹੈ, ਉਹ ਜੰਮਦਾ ਤੇ ਮਰਦਾ ਭਟਕਦਾ ਰਹਿੰਦਾ। ਜੇ ਲੱਖ ਕਰਮ ਕਮਾਹੇ, ਜਿੰਨੇ ਮਰਜੀ ਯਤਨ ਕਰ ਲੈ, ਜਿੰਨੀਆਂ ਮਰਜੀ ਕੋਸ਼ਿਸ਼ਾਂ ਕਰ ਲੈ, ਜਿੰਨੇ ਮਰਜੀ ਉਦਮ ਕਰ ਲੈ, ਆਪਣੀ ਅੱਗ ਨੂੰ ਬੁਝਾਉਣ ਦੇ ਇਹਦਾ ਕੀਤਾ ਹਰ ਉਦਮ ਵਿਅਰਥ ਜਾਏਗਾ, ਸਿਵਾਏ ਇੱਕ ਉਦਮ ਤੋਂ, ਗੁਰੂ ਦੇ ਮਿਲਾਪ, ਗੁਰੂ ਦੇ ਮੇਲ ਤੋਂ। ਹਾਂ, ਜਿਸ ਦਿਨ ਗੁਰੂ ਨੂੰ ਮਿਲਣ ਦਾ ਉਦਮ ਕਰ ਲਏਗਾ ਉਸ ਦਿਨ ਤ੍ਰਿਸ਼ਨਾ ਦੀ ਅੱਗ ਬੁਝ ਜਾਏਗੀ। ਪਰ ਜੇ ਇਸ ਤੋਂ ਬਿਨਾਂ ਕੋਈ ਉਦਮ ਹੈ
ਉਹ ਹਰ ਇੱਕ ਉਦਮ ਵਿਅਰਥ, ਹਰ ਇੱਕ ਉਦਮ ਫਾਲਤੂ, ਹਰ ਇੱਕ ਉਦਮ ਅਜਾਈ ਜਾਏਗਾ। ਇਹਦਾ ਉਦਮ ਕਿਸੇ ਕੰਮ ਨਹੀਂ ਆਉਣਾ। ਮਾਲਕ ਕਹਿੰਦੇ ਜੰਮੇਗਾ, ਮਰੇਗਾ, ਮਰੇਗਾ ਫਿਰ ਜੰਮੇਗਾ, ਏਦਾਂ ਜਨਮ ਮਰਨ ਦੇ ਭਰਮ ਭਟਕਣਾ ਵਿੱਚ ਪਿਆ ਰਹੇਗਾ। ਜੇ ਲੱਖ ਕਰਮ ਕਮਾਹੇ, ਭਾਵੇਂ ਲੱਖਾਂ ਕਰਮ ਕਰ ਲਾ, ਜੇ ਤੇਰੀ ਅੱਗ ਨਾ ਤੂੰ ਬੁਝਾ ਸਕਿਆ, ਸੱਜਣਾ ਇਹ ਪੱਕਾ ਕਰਕੇ ਜਾਣੀ ਕਿ ਤੈਨੂੰ ਫਿਰ ਜੰਮਣਾ ਵੀ ਪੈਣਾ ਤੇ ਮਰਨਾ ਵੀ ਪਏਗਾ। ਬਾਰ-ਬਾਰ ਸੰਸਾਰ ਤੇ ਆਉਣਾ ਤੇ ਸੰਸਾਰ ਤੋਂ ਜਾਣਾ ਵੀ ਪਵੇਗਾ। ਜਮ ਜਗਾਤ ਨਾ ਲੱਗਈ, ਜੇ ਚੱਲੇ ਸਤਿਗੁਰ ਪਾਏ। ਨਾਨਕ ਨਿਰਮਲ ਅਮਰ ਪਦ, ਗੁਰ ਹਰ ਮਿਲੈ ਮਿਲਾਏ। ਫਿਰ ਸਤਿਗੁਰੂ ਕਹਿੰਦੇ ਜਮ ਜਾਗਾਤ ਨਾ ਲੱਗਈ। ਹੁਣ ਜਾਗਾਤ ਦਾ ਮਤਲਬ ਹੁੰਦਾ ਟੈਕਸ, ਕਰ, ਜਿਹਨੂੰ ਟੋਲ ਟੈਕਸ ਕਹਿ ਸਕਦੇ ਹਾਂ। ਟੋਲ ਟੈਕਸ ਕਦੋਂ ਲੱਗਦਾ? ਜਦੋਂ ਅਸੀਂ ਚੱਲਦੇ ਹਾਂ। ਘਰੇ ਬੈਠਿਆਂ ਨੂੰ ਟੋਲ ਟੈਕਸ ਨਹੀਂ ਕਦੇ ਲੱਗਾ। ਜਦੋਂ ਪੈਂਡਾ ਤੈਅ ਕਰਦੇ ਆ ਉਦੋਂ ਟੋਲ ਟੈਕਸ ਭਰਨਾ ਪੈਂਦਾ। ਤੇ ਕੁਝ ਕੁ ਪਰਸਨ ਐਸੇ ਵੀ ਨੇ ਜਿਨ੍ਹਾਂ ਨੂੰ ਉਹ ਟੈਕਸ ਵੀ ਭਰਨਾ ਨਹੀਂ ਪੈਂਦਾ, ਜਿਨ੍ਹਾਂ ਨੂੰ ਆਪਾਂ VIP ਪਰਸਨਸ ਕਹਿ ਸਕਦੇ ਆ, ਉਹਨਾਂ ਨੂੰ ਉਹ ਭਰਨਾ ਨਹੀਂ ਪੈਂਦਾ। ਉਹ ਭਾਵੇਂ ਇਹ ਦਿਨ 'ਚ 2 ਵਾਰੀ ਲੰਘਣ, 4 ਵਾਰੀ ਲੰਘਣ, ਉਹਨਾਂ ਨੂੰ ਉਹ ਟੈਕਸ ਕਦੇ ਭਰਨਾ ਨਹੀਂ ਪਿਆ। ਤੇ ਇੱਕ ਆਮ ਸ਼ਖਸ ਹੈ, ਜੇ ਉਹ 1 ਵਾਰੀ ਲੰਘੇ ਉਹਨੂੰ 1 ਵਾਰ ਦਾ ਟੈਕਸ ਭਰਨਾ ਪੈਂਦਾ। ਉਹ 2 ਵਾਰੀ ਲੰਘਣਾ ਉਹਨੂੰ 2 ਵਾਰੀ ਟੈਕਸ ਭਰਨਾ ਪਿਆ। ਉਹਨੇ ਜਿੰਨੀ ਵਾਰੀ ਲੰਘਣਾ ਉਹਨੂੰ ਓਨੀ ਵਾਰੀ ਕਰ ਭਰਨਾ ਪਿਆ, ਟੈਕਸ ਭਰਨਾ ਪਿਆ। ਸਤਿਗੁਰੂ ਕਹਿੰਦੇ ਸੱਜਣਾ ਤੂੰ ਜੀਵਨ ਦਾ ਮਾਰਗ ਤੈਅ ਕਰਨਾ, ਚੱਲਣਾ ਤੂੰ ਪੈਂਡਾ ਤੈਅ ਕਰਨਾ, ਤੇ ਖਿਆਲ ਕਰੀ ਪੈਂਡਾ ਤੈਅ ਕਰਦਿਆਂ ਤੈਨੂੰ ਵੀ ਕਰ ਦੇਣਾ ਪੈਣਾ, ਟੈਕਸ ਤੈਨੂੰ ਵੀ ਦੇਣਾ ਪੈਣਾ। ਜੇ ਤੇ ਆਮ ਪਰਸਨ ਵਾਂਗੂ ਜਾਏਗਾ ਫਿਰ ਤੇ ਤੈਨੂੰ ਟੈਕਸ ਦੇਣਾ ਪਏਗਾ। ਜੇ VIP ਪਰਸਨ ਬਣ ਕੇ ਜਾਏਗਾ ਫਿਰ ਦੇਣ ਦੀ ਲੋੜ ਨਹੀਂ ਹੈ। ਤੇ VIP ਕਿੱਦਣ ਬਣੇਗਾ? ਜੇ ਚੱਲੇ ਸਤਿਗੁਰ ਪਾਏ, ਜਿੱਦਣ ਗੁਰੂ ਦੇ ਪ੍ਰੇਮ 'ਚ ਚੱਲਣਾ ਸਿੱਖ ਲਿਆ, ਜਿੱਦਣ ਗੁਰੂ ਕੀ ਰਜ਼ਾ ਵਿੱਚ ਚੱਲਣਾ ਸਿੱਖ ਲਿਆ, ਗੁਰੂ ਦੇ ਆਸ਼ੇ ਮੁਤਾਬਕ ਚੱਲਣਾ ਸਿੱਖ ਲਿਆ, ਉਦਣ ਜਮ ਜਾਗਾਤ ਨਾ ਲੱਗਈ। ਉਦਣ ਤੈਨੂੰ ਜਮਾਂ ਦਾ ਜਾਗਾਤ ਦੇਣ ਦੀ ਲੋੜ ਨਹੀਂ ਹੈ, ਮਤਲਬ ਟੈਕਸ ਦੇਣ ਦੀ ਤੈਨੂੰ ਕੋਈ ਲੋੜ ਨਹੀਂ ਹੈ। ਇੱਕ ਨਾ ਸਤਿਗੁਰੂ ਜੀ ਦਾ ਬੜਾ ਪਿਆਰਾ ਬਚਨ ਹੈ, ਉੱਥੇ ਮਾਲਕ ਕਹਿੰਦੇ ਜਮ ਜਾਗਾਤ ਨਹੀਂ ਕਰ ਲਾਗੈ, ਅਗਨ ਬੁਝੈ ਠਰ ਸੀਨਾ ਹੈ। ਉਹਨਾਂ ਨੂੰ ਕਦੇ ਜਮ ਦਾ ਜਾਗਾਤ ਨਹੀਂ ਲੱਗਿਆ, ਨਾ ਹੀ ਕਰ ਲਾਗੈ। ਕਰ ਦਾ ਮਤਲਬ ਵੀ ਟੈਕਸ। ਜਮ ਜਾਗਾਤ ਨਾ ਹੀ ਕਰ ਲਾਗੈ ਕਿੰਨਾਂ ਨੂੰ? ਅਗਨ ਬੁਝੀ ਠਰ ਸੀਨਾ ਹੈ, ਜਿਨ੍ਹਾਂ ਨੇ ਆਪਣੇ ਜੀਵਨ ਦੇ ਵਿੱਚੋਂ ਤ੍ਰਿਸ਼ਨਾ ਦੀ ਅੱਗ ਨੂੰ ਬੁਝਾ ਕੇ ਆਪਣੇ ਸੀਨੇ ਨੂੰ ਠਾਰ ਲਿਆ, ਠੰਡਾ ਠਾਰ ਕਰ ਲਿਆ ਨਾ, ਉਹਨਾਂ ਨੂੰ ਨਾ ਕਰ ਲੱਗਿਆ, ਨਾ ਜਮ ਜਾਗਾਤ ਲੱਗੀ। ਤੇ ਬਾਕੀ ਸਤਿਗੁਰੂ ਜੀ ਨੇ ਕਿਹਾ ਨਾ, ਜੇ ਲੱਖ ਕਰਮ ਕਮਾਹੇ, ਜਿੰਨੇ ਮਰਜ਼ੀ ਕਰਮ ਕਰ ਲਾ ਸੱਜਣਾ, ਉਹ ਸਾਰੇ ਦੇ ਸਾਰੇ ਕਰਮ ਤੇਰੇ ਜੰਮਣ ਮਰਨ ਦਾ ਭਟਕਣਾ ਦਾ ਗੇੜ ਤੇ ਬਣ ਸਕਦੇ ਨੇ, ਪਰ ਤੇਰੇ ਜੀਵਨ 'ਚ ਤੈਨੂੰ ਸਕੂਨ ਤੇ ਸਬਰ ਨਹੀਂ ਦੇ ਸਕਦੇ। ਠੀਕ ਉਸੇ ਤਰ੍ਹਾਂ ਜਿਵੇਂ ਸਤਿਗੁਰੂ ਜੀ ਆਖਦੇ, ਕਰਮ ਧਰਮ ਪਾਖੰਡ ਜੋ ਦੀਸੈ ਤਿਨ ਜਮ ਜਾਗਾਤੀ ਲੂਟੈ। ਸੱਜਣਾ ਜਿੰਨੇ ਤੂੰ ਕਰਮ ਕਰ ਰਿਹਾ ਨਾ, ਗੁਰੂ ਦੀ ਰਹਿਮਤ ਤੋਂ ਬਿਨਾ, ਗੁਰੂ ਦੀ ਪ੍ਰਾਪਤੀ ਦੇ ਯਤਨ ਤੋਂ ਬਿਨਾ, ਅਕਾਲ ਪੁਰਖ ਪਰਮੇਸ਼ਵਰ ਦੀ ਕੀਰਤੀ, ਉਹਦੀ ਵਡਿਆਈ ਤੋਂ ਬਿਨਾ, ਉਹ ਸਾਰੇ ਦੇ ਸਾਰੇ ਤੇਰੇ ਕੋਲੋਂ ਇਉਂ ਖੋਹ ਲਏ ਜਾਣੇ ਜਿਵੇਂ ਕਰ ਲਿਆ ਜਾਂਦਾ ਹੈ, ਟੈਕਸ ਲਿਆ ਜਾਂਦਾ। ਕਰਮ ਧਰਮ ਪਾਖੰਡ ਜੋ ਦੀਸੈ ਤਿਨ ਜਮ ਜਾਗਾਤੀ ਲੂਟੈ। ਉਹ ਸਾਰਾ ਕੁਝ ਜਮਾਂ ਨੇ ਜਗਾਤ ਵਜੋਂ ਤੇਰੇ ਕੋਲੋਂ ਲੈ ਲੈਣਾ, ਤੈਨੂੰ ਲੁੱਟ ਲੈਣਾ ਉਹਨਾਂ ਨੇ, ਮਤਲਬ ਰਾਹ ਵਿੱਚ ਹੀ ਸਾਰਾ ਕੁਝ ਖੋਹ ਲਿਆ ਜਾਣਾ। ਤੇ ਖਿਆਲ ਰੱਖੀ, ਜੇ ਤੂੰ ਹੁਣ ਬਚਾਉਣਾ ਚਾਹੁੰਦਾ ਆਪਣੇ ਆਪੇ ਨੂੰ ਤੇ ਕਰ ਤੋਂ ਬਚਣਾ ਚਾਹੁੰਦਾ, ਤੈਨੂੰ ਟੈਕਸ ਨਾ ਲੱਗੇ, ਤੇ ਮਾਲਕ ਕਹਿੰਦੇ ਇੱਕ ਕੰਮ ਕਰਿਆ ਕਰ, ਨਿਰਵਾਨ ਕੀਰਤਨ ਗਾਵੋ ਕਰਤੇ ਕਾ ਨਿਮਕ ਸਿਮਰਤ ਜਿਤ ਛੂਟੈ। ਕੋਈ ਟੈਕਸ ਦੇਣ ਦੀ ਲੋੜ ਨਹੀਂ, ਲੰਘਿਆ ਜਾ, ਪਰਵਾਹ ਕੋਈ ਨਹੀਂ। ਤੇ ਮਾਲਕ ਜੀ ਇੱਥੇ ਆਖਰੇ ਜਮ ਜਾਗਾਤ ਨਾ ਲੱਗਈ,
ਜੇ ਚੱਲੈ ਸਤਿਗੁਰ ਭਾਏ, ਜੇ ਗੁਰੂ ਕੇ ਪ੍ਰੇਮ ਵਿੱਚ ਚੱਲਣਾ ਸਿੱਖ ਲਏ, ਗੁਰੂ ਕੇ ਭਾਏ ਵਿੱਚ ਚੱਲਣਾ ਸਿੱਖ ਲਏ ਮਨੁੱਖਾ, ਫਿਰ ਜਮਾਂ ਨੂੰ ਜਾਗਾਤ ਦੇਣ ਦੀ ਕੋਈ ਵੀ ਜ਼ਰੂਰਤ ਨਹੀਂ। ਮਤਲਬ ਇਉਂ ਕਹਿ ਲੋ, ਫਿਰ ਕਿਸੇ ਪ੍ਰਕਾਰ ਦਾ ਡਰ, ਕਿਸੇ ਪ੍ਰਕਾਰ ਦਾ ਖੌਫ, ਕਿਸੇ ਪ੍ਰਕਾਰ ਦਾ ਭਉ ਜਿਹੜਾ ਉਹ ਮਨ ਵਿੱਚ ਨਹੀਂ ਰਹਿ ਜਾਂਦਾ ਜਦੋਂ ਜੀਵ ਗੁਰੂ ਕੇ ਭਾਏ ਅੰਦਰ ਪ੍ਰੇਮ ਵਿੱਚ ਚੱਲਣਾ ਸਿੱਖ ਲੈਂਦਾ ਹੈ। ਤੇ ਨਾਨਕ ਨਿਰਮਲ ਅਮਰ ਪਦ ਗੁਰ ਹਰ ਮੇਲੇ ਮਿਲਾਏ, ਤੇ ਹੇ ਨਾਨਕ ਫਿਰ ਉਹ ਜੀਵਨ ਵਿੱਚ ਨਿਰਮਲਤਾਈ ਜਿਹੜੀ ਉਹਨੂੰ ਹਾਸਲ ਕਰ ਲੈਂਦੇ, ਅਮਰ ਪਦ ਉਹ ਹਾਸਲ ਕਰ ਲੈਂਦੇ, ਉਹ ਅਵਸਥਾ ਹਾਸਲ ਕਰ ਲੈਂਦੇ ਜਿੱਥੇ ਅਮਰਤਾ ਮਿਲ ਜਾਂਦੀ ਹੈ। ਗੁਰ ਹਰ ਮੇਲੇ ਮਿਲਾਏ, ਜੇ ਕਿਤੇ ਗੁਰੂ ਕਿਰਪਾ ਕਰਕੇ ਰੱਬ ਨਾਲ ਮਿਲਾਪ ਕਰਵਾ ਦੇ। ਹੁਣ ਥੋੜਾ ਜਿਹਾ ਇਹਨੂੰ ਭਾਵ ਅਰਥਾਂ ਦੇ ਰੂਪ ਵਿੱਚ ਸਮਝਿਓ। ਅੱਗ ਦਾ ਕੰਮ ਹੈ ਜੀਵ ਨੂੰ ਸਾੜਨਾ ਤੇ ਮਾਰਨਾ। ਪਹਿਲੋਂ ਮਾਲਕ ਨੇ ਕਹਿਤਾ ਜੇ ਤੂੰ ਬਚਣਾ ਚਾਹੁੰਦਾ ਤੇ ਫਿਰ ਤੈਨੂੰ ਪਾਣੀ ਜਲ ਜਿਹੜਾ ਉਹ ਚਾਹੀਦਾ, ਫਿਰ ਤੇਰੇ ਜੀਵਨ ਵਿੱਚੋਂ ਅੱਗ ਛੱਡੇਗੀ ਤੈਨੂੰ ਤਾਂ ਅੱਗ ਬੁਝਣੀ ਹੈ। ਜੇ ਤੂੰ ਅੱਗ ਨਾ ਬੁਝਾ ਸਕਿਆ ਇਹਨੇ ਤੈਨੂੰ ਜੰਮਣ ਮਰਨ ਦੇ ਗੇੜ ਵਿੱਚ ਪਾ ਦੇਣਾ। ਮਤਲਬ ਤੈਨੂੰ ਜੰਮਣਾ ਤੇ ਮਰਨਾ ਪਏਗਾ ਆਪਣੀਆਂ ਲਾਲਸਾਵਾਂ ਕਰਕੇ, ਆਪਣੀਆਂ ਇੱਛਾਵਾਂ ਕਰਕੇ। ਜੇ ਤੂੰ ਅੱਗ ਨਾ ਬੁਝਾ ਸਕਿਆ ਫਿਰ ਤੈਨੂੰ ਡਰ ਵੀ ਬਣਿਆ ਰਹੇਗਾ, ਖੌਫ ਵੀ ਬਣਿਆ ਰਹੇਗਾ, ਭੌ ਵੀ ਬਣਿਆ ਰਹੇਗਾ, ਉਹ ਵੀ ਮੁੱਕਣਾ ਨਹੀਂ। ਕਿਉਂ? ਤੈਨੂੰ ਇਹ ਡਰ ਬਣਿਆ ਰਹਿਣਾ ਨਾ ਵੀ ਕਿਤੇ ਅੱਗ ਭਾਂਬੜ ਬਣ ਕੇ ਹੁਣ ਮੈਨੂੰ ਸਾੜ ਨਾ ਦੇ, ਮਚਾ ਨਾ ਦੇ, ਪਤਾ ਨਹੀਂ ਕਿਹੜੇ ਵੇਲੇ ਇਹਨੇ ਵੱਧ ਜਾਣਾ। ਜਿੰਨਾ ਚਿਰ ਅੱਗ ਬੁਝਦੀ ਨਹੀਂ ਹੈ ਉਹਨਾਂ ਚਿਰ ਡਰ ਬਣਿਆ ਰਹੇਗਾ। ਤੇ ਫਿਰ ਸਤਿਗੁਰੂ ਜੀ ਅਖੀਰਲੀ ਪੰਕਤੀ 'ਚ ਆ ਕੇ ਕਹਿੰਦੇ ਵੀ ਜਦੋਂ ਤੂੰ ਅੱਗ ਬੁਝਾ ਲਏਗਾ ਨਾ, ਗੁਰੂ ਦਾ ਮਿਲਾਪ ਹਾਸਲ ਕਰ ਲਏਗਾ, ਗੁਰੂ ਦਾ ਮੇਲ ਹਾਸਲ ਕਰ ਲਿਆ, ਅੱਗ ਬੁਝ ਗਈ, ਉਦਣ ਤੈਨੂੰ ਉਹ ਪਦ ਮਿਲੇਗਾ, ਉਹ ਅਵਸਥਾ ਮਿਲੇਗੀ ਜਿੱਥੇ ਆ ਕੇ ਡਰ ਮੁੱਕ ਗਿਆ ਤੇ ਹੁਣ ਤੈਨੂੰ ਮਰਨ ਦਾ ਕੋਈ ਡਰ ਨਹੀਂ ਰਹੇਗਾ, ਤੂੰ ਅਮਰ ਹੋ ਜਾਏਗਾ ਕਿਉਂਕਿ ਤ੍ਰਿਸ਼ਨਾ ਦੀ ਅੱਗ ਬੁਝਾ ਲਈ। ਇੱਥੇ ਸਰੀਰ ਕਰਕੇ ਮੈਂ ਅਮਰਤਾ ਦੀ ਗੱਲ ਨਹੀਂ ਕਰ ਰਿਹਾ, ਅਧਿਆਤਮਿਕ ਤੌਰ ਉੱਤੇ ਅਮਰ ਹੋ ਜਾਏਗਾ ਜੇ ਕਿਤੇ ਤ੍ਰਿਸ਼ਨਾ ਦੀ ਅੱਗ ਨੂੰ ਗੁਰੂ ਦੀ ਰਹਿਮਤ ਸਦਕਾ ਬੁਝਾ ਲਏ ਤੇ ਇੱਕ ਉੱਚੇ ਪਦ, ਉੱਚੀ ਅਵਸਥਾ ਨੂੰ ਹਾਸਲ ਕਰ ਲਏ। ਗੁਰੂ ਦੀ ਰਹਿਮਤ ਸਦਕਾ ਜਦੋਂ ਰੱਬ ਮਿਲੇਗਾ ਸੱਜਣਾ, ਉਸ ਦਿਨ ਅਮਰਤਾ ਹਾਸਲ ਕਰ ਲਏਗਾ ਤੇ ਜੀਵਨ ਵਿੱਚੋਂ ਹਰ ਪ੍ਰਕਾਰ ਦੀ ਲਾਲਸਾ ਜਿੱਦਣ ਮੁੱਕ ਗਈ ਉਦਣ ਤੂੰ ਆਪਣੇ ਜੀਵਨ ਅੰਦਰ ਸਬਰ, ਸਕੂਨ ਔਰ ਟਿਕਾ ਜਿਹੜਾ ਉਹ ਤੈਨੂੰ ਮਿਲ ਜਾਵੇਗਾ। ਕਲਰ ਕੇਰੀ ਛਪੜੀ ਕਉਆ ਮਲ ਮਲ ਨਾਏ, ਮਨ ਤਨ ਮੈਲਾ ਅਵਗੁਣੀ ਚਿੰਜ ਭਰੀ ਗੰਦੀ ਆਏ। ਹੁਣ ਗੁਰੂ ਸਾਹਿਬ ਨੇ ਇੱਕ ਉਦਾਹਰਣ ਦਿੱਤੀ ਤੇ ਉਦਾਹਰਣ ਵਿੱਚ ਮਾਲਕ ਪਾਤਸ਼ਾਹ ਨੇ ਦ੍ਰਿਸ਼ਟਾਂਤ ਲਿਆ ਇੱਕ ਕਊਏ ਦਾ, ਕਾਂ ਦਾ। ਕਲਰ ਕੇਰੀ ਛੱਪੜੀ, ਗੰਦਗੀ ਨਾਲ ਭਰਿਆ ਹੋਇਆ ਇੱਕ ਛੱਪੜ। ਕਊਆ ਮਲਮਲ ਨਹਾਏ, ਉੱਥੇ ਕਾਂ ਜਾ ਕੇ ਮਲਮਲ ਕੇ ਨਹਾਉਂਦਾ। ਮਨ ਤਨ ਮੈਲਾ ਅਵਗਣੀ, ਹੁਣ ਕੀ ਹੈ? ਮਨ ਵੀ ਮੈਲਾ ਤੇ ਤਨ ਵੀ ਕਾਲਾ। ਕੋਲੇ ਕੀ ਹੈ? ਔਗਣੀ ਔਗਣ। ਤੇ ਚੁੰਝ 'ਚ ਕੀ ਜਾਏਗਾ? ਜੇ ਛੱਪੜੀ 'ਚ ਨਹਾ ਰਿਹਾ ਤੇ ਛੱਪੜੀ ਵਿਚਲੀ ਗੰਦਗੀ ਹੋਈ ਚੁੰਝ ਵਿੱਚ ਹੋਏਗੀ ਨਾ, ਉਸ ਤੋਂ ਬਿਨਾਂ ਤੇ ਕੁਝ ਨਹੀਂ। ਇਹਨੂੰ ਸੌਖੇ ਜਿਹੇ ਦ੍ਰਿਸ਼ਟਾਂਤ ਨਾਲ ਸਮਝੀਏ। ਇੱਕ ਕਾਂ ਜਿਹੜਾ ਛੱਪੜ ਦੇ ਕਿਨਾਰੇ ਤੇ ਰਹਿ ਰਿਹਾ, ਉਹ ਬਾਹਰੋਂ ਵੀ ਕਾਲਾ ਤੇ ਉਹਦੀ ਅੰਦਰੋਂ ਜਿਹੜੀ ਵਿਚਾਰ ਹੈ ਉਹ ਵੀ ਕਾਲੀ ਹੈ। ਬਾਹਰੋਂ ਵੀ ਗੰਦਾ ਤੇ ਅੰਦਰੋਂ ਵੀ ਗੰਦਾ। ਹੁਣ ਉਹ ਮਲ ਮਲ ਕੇ ਨਹਾਉਂਦਾ ਛੱਪੜ ਦੇ ਉੱਤੇ, ਤੇ ਉਸ ਕਾਂ ਦੀ ਚੁੰਝ 'ਚ ਆਪਾਂ ਚੰਗੀ ਵਸਤੂ ਦੀ ਉਮੀਦ ਨਹੀਂ ਕਰ ਸਕਦੇ ਕਿ ਉਹਦੇ ਚੁੰਝ ਵਿੱਚ ਕੋਈ ਚੰਗਾ ਭੋਜਨ ਹੋਏਗਾ। ਉਹਦੀ ਚੁੰਝ 'ਚ ਕੀ ਹੋਣਾ? ਗੰਦਗੀ ਹੀ ਹੋਣੀ ਹੈ, ਕਿਉਂਕਿ ਛੱਪੜ ਤੇ ਬੈਠਾ। ਤੇ ਮਾਲਕ ਕਹਿੰਦੇ ਹੁਣ ਇੱਥੇ ਜਿਹੜੀ ਕਲਰ ਕੇਰੀ ਛੱਪੜੀ ਹੈ ਨਾ, ਇਹਨੂੰ ਲਫ਼ਜ਼ ਵਰਤਿਆ ਗਿਆ ਕੁਸੰਗਤ, ਮਤਲਬ ਭੈੜੀ ਸੰਗਤ। ਤੇ ਜੇ ਆਪਾਂ ਭੈੜੀ ਸੰਗਤ ਵਿੱਚ ਜਾ ਕੇ ਬੈਠਾਂਗੇ ਤੇ ਫਿਰ ਹਾਲਤ ਸਾਡੀ ਕਊਏ ਵਰਗੀ ਹੈ, ਜਿੰਨਾ ਮਰਜ਼ੀ ਮਲ-ਮਲ ਕੇ ਨਹਾਉਂਦੇ ਫਿਰੀਏ। ਅਖੀਰ ਮਨ ਤਨ ਮੈਲਾ ਅਵਗਣੀ, ਚਿੰਜ ਭਰੀ ਗੰਧੀ ਆਏ।
ਅਸੀਂ ਸਮਾਜ ਨੂੰ ਜਿੰਨਾ ਮਰਜ਼ੀ ਆਖੀ ਜਾਈਏ ਜੀ ਅਸੀਂ ਬਹੁਤ ਚੰਗੇ ਆ, ਸਾਡੇ ਕੋਲ ਗੁਣ ਬਹੁਤ ਨੇ। ਸਤਿਗੁਰੂ ਕਹਿੰਦੇ ਸੱਜਣਾ ਮਾੜੀ ਸੰਗਤ ਵਿੱਚ ਬਹਿਣਾ, ਮਾੜਾ ਸੰਗ ਕਰਨਾ ਪ੍ਰਗਟਾਵਾ ਹੈ ਕਿ ਤੇਰੀ ਹਾਲਤ ਉਸ ਕਾਂ ਵਰਗੀ ਹੈ ਜਿਹੜਾ ਛੱਪੜ ਦੇ ਕਿਨਾਰੇ ਤੇ ਬੈਠਾ ਹੋਇਆ। ਤੇ ਉਹ ਜਿਹੜਾ ਛੱਪੜ ਦੇ ਕਿਨਾਰੇ ਤੇ ਬੈਠਾ ਕਾਂ ਨਾ, ਉਹ ਜਿੰਨੇ ਮਰਜ਼ੀ ਦਾਅਵੇ ਕਰਦਾ ਰਹੇ ਕਿ ਮੈਂ ਗੰਦਗੀ ਨਹੀਂ ਖਾਂਦਾ, ਉਹ ਛੱਪੜ ਦੇ ਕਿਨਾਰੇ ਤੇ ਬੈਠਾ ਜਿੰਨੇ ਮਰਜ਼ੀ ਦਾਅਵੇ ਕਰਦਾ ਰਹੇ ਮੈਂ ਕਦੇ ਗੰਦਗੀ 'ਚ ਨਹਾਤਾ ਨਹੀਂ, ਮੈਂ ਛੱਪੜ ਤੇ ਨਹੀਂ ਮਲ ਮਲ ਕੇ ਨਹਾਤਾ, ਉਹ ਕਦੇ ਜਿੰਨਾ ਮਰਜ਼ੀ ਦਾਅਵਾ ਕਰੀ ਜਾਏ, ਉਹ ਸੱਜਣਾ ਉਹਦੀ ਚੁੰਝ ਨੇ ਦੱਸ ਦੇਣਾ, ਉਹਦੀ ਚੁੰਝ ਵਿਚਲੇ ਪਦਾਰਥਾਂ ਨੇ ਦੱਸ ਦੇਣਾ, ਉਹਦੀ ਚੁੰਝ ਵਿੱਚ ਫਸੀ ਗੰਦਗੀ ਨੇ ਦੱਸ ਦੇਣਾ ਕਿ ਇਹ ਕਊਏ ਦਾ ਕਊਆ ਹੀ ਹੈ, ਇਹ ਕੱਲਾ ਸਰੀਰ ਕਰਕੇ ਕਾਂ ਨਹੀਂ ਹੈ, ਇਹ ਸੱਚਮੁੱਚ ਜੀਵਨ ਕਰਕੇ ਵੀ ਕਊਆ ਹੀ ਹੈ। ਇਹਦਾ ਤਨ ਵੀ ਮੈਲਾ ਤੇ ਇਹਦਾ ਮਨ ਵੀ ਮੈਲਾ, ਕਿਉਂਕਿ ਇਹ ਛੱਪੜ ਤੇ ਹੀ ਨਹਾਉਣ ਵਾਲਾ, ਇਹ ਸਰੋਵਰ ਦੇ ਕਿਨਾਰੇ ਤੇ ਨਹਾਉਣ ਵਾਲਾ ਨਹੀਂ ਹੈ। ਹੁਣ ਜਿੰਨਾ ਮਰਜ਼ੀ ਯਤਨ ਕਰ ਲਈਏ, ਸਤਿਗੁਰੂ ਜੀ ਨੇ ਇਸੇ ਕਰਕੇ ਆਖਿਆ ਸੀ ਭਗਤ ਕਬੀਰ ਸਾਹਿਬ ਨੇ ਕਿ ਭਾਈ ਖਿਆਲ ਰੱਖੋ ਕਿ ਇੱਕ ਜਿਹੜਾ ਸਾਖਤ ਦਾ ਸੰਗ ਹੈ ਨਾ, ਉਹ ਏਦਾਂ ਮਾਨੋ ਜਿਵੇਂ ਕਾਲਖ ਦਾ ਭਰਿਆ ਹੋਇਆ ਇੱਕ ਬੜਾ ਵੱਡਾ ਅਸਥਾਨ, ਤੇ ਸਾਡਾ ਜੀਵਨ ਏਦਾਂ ਮਾਨੋ ਚਿੱਟ ਵਸਤਰ ਅਸੀਂ ਆਪਣੇ ਤਨ ਤੇ ਧਾਰਨ ਕੀਤੇ ਨੇ, ਤੇ ਜਿੰਨਾ ਮਰਜ਼ੀ ਅਸੀਂ ਆਪਣੇ ਆਪ ਨੂੰ ਬਚਾ ਕੇ ਰੱਖਣ ਦੀ ਕੋਸ਼ਿਸ਼ ਕਰ ਲਈਏ, ਬਾਸਨ ਕਾਰੋ ਪਰਸੀਐ ਤੋ ਕਛ ਲਾਗੈ ਦਾਗ। ਜੇ ਰਤਾ ਮਾਤਰ ਵੀ ਕਿਤੇ ਅਸੀਂ ਉਹਦੇ ਨੇੜੇ ਹੋ ਗਏ ਨਾ, ਕਿਤੇ ਨਾ ਕਿਤੇ ਉਹਨੇ ਗੰਦਗੀ ਦਾ ਇੱਕ ਧੱਬਾ ਦਾਗ ਜਿਹੜਾ ਉਹ ਸਾਨੂੰ ਲਾ ਹੀ ਦੇਣਾ। ਚਿੱਕੜ ਵਿੱਚੋਂ ਲੰਘਣ ਲੱਗਿਆਂ ਅਸੀਂ ਬੜੇ ਸਬਰ ਤੇ ਟਿਕਾਣ ਨਾਲ ਲੰਘਦੇ ਆਂ ਵੀ ਕਿਤੇ ਛਿੱਟੇ ਉੱਡ ਕੇ ਸਾਡੇ ਉੱਤੇ ਨਾ ਪੈਣ। ਕਿੱਡੇ ਸਬਰ ਨਾਲ ਲੰਘੀਦਾ, ਜਿੰਨੀ ਮਰਜ਼ੀ ਤੇਜ਼ ਗਤੀ ਨਾਲ ਹੋਈਏ ਉਹਦੇ ਨੇੜੇ ਆ ਕੇ ਆਪਾਂ ਆਪਣੇ ਆਪ ਨੂੰ ਹੌਲੀ ਕਰਕੇ ਤੇ ਫੇਰ ਲੰਘਦੇ ਆਂ। ਅਸੀਂ ਲੰਘ ਜਾਣਾ, ਪਰ ਲੰਘਣ ਲੱਗਿਆਂ ਵੀ ਅਸੀਂ ਆਪਣੇ ਆਪ ਦੀ ਗਤੀ ਨੂੰ ਹੌਲੀ ਕਰ ਲਿਆ, ਕਿਤੇ ਛੱਟੇ ਉੱਡ ਕੇ ਉੱਤੇ ਹੀ ਨਾ ਪੈਣ। ਤੇ ਜਿਹੜਾ ਬੰਦਾ ਹਰ ਸਮੇਂ ਚੱਕੜ ਵਿੱਚ ਰਹਿਣ ਵਾਲਾ, ਉਹ ਕੀ ਉਮੀਦ ਕਰ ਸਕਦਾ ਕਿ ਮੈਂ ਗੰਦਗੀ ਨਾਲ ਨਹੀਂ ਭਰਾਂਗਾ? ਜਿਹੜਾ ਬੰਦਾ ਹਰ ਸਮੇਂ ਚਿੱਕੜ ਵਿੱਚ ਰਹਿਣ ਵਾਲਾ, ਉਹ ਕੀ ਉਮੀਦ ਕਰੇਗਾ ਕਿ ਮੈਂ ਗੰਦਗੀ ਨਾਲ ਨਹੀਂ ਭਰਾਂਗਾ? ਜਿਵੇਂ ਅਕਸਰ ਇਹ ਕਿਹਾ ਜਾਂਦਾ ਨਾ ਜੀ, ਮੈਂ ਬਹਿ ਤੇ ਜਾਣਾ ਉਹਨਾਂ ਦੇ ਵਿੱਚ, ਪਰ ਮੈਂ ਉਹਨਾਂ ਦਾ ਕਦੇ ਸੰਗ ਨਹੀਂ ਕੀਤਾ। ਉਹ ਜੋ ਮਰਜ਼ੀ ਕਰੀ ਜਾਣ, ਆਪਾਂ ਕਦੇ ਗੌਲਿਆ ਨਹੀਂ। ਇੱਕ ਵਾਰੀ ਨਾ ਗੌਲੇਗਾ, ਦੋ ਵਾਰੀ ਨਾ ਗੌਲੇਗਾ ਸੱਜਣਾ, ਇੱਕ ਦਿਨ ਐਸਾ ਆਣਾ ਜਿੱਦਣ ਉਹਨਾਂ ਨੇ ਆਪਣੇ ਵਰਗੀ ਰੰਗਤ ਚਾੜ ਹੀ ਦੇਣੀ ਹੈ। ਤੂੰ ਜਿੰਨਾ ਮਰਜ਼ੀ ਕੋਸ਼ਿਸ਼ ਕਰ ਲੈ, ਚਿੱਕੜ ਹੈ, ਉਹਦਾ ਸੁਭਾਅ ਹੈ, ਉਹਨੇ ਦਾਗ ਦੇਣਾ ਹੀ ਦੇਣਾ ਹੈ। ਉਹਦਾ ਸੁਭਾਅ ਹੈ, ਉਹਨੇ ਉੱਡਣਾ, ਉਹਦੇ ਛਿੱਟੇ ਉੱਡਣਗੇ ਤੇ ਉਹਨੇ ਉੱਪਰ ਪੈਣਾ ਹੀ ਪੈਣਾ, ਤੇ ਉਹਨੇ ਆਪਣਾ ਦਾਗ ਦੇਣਾ ਹੀ ਦੇਣਾ, ਉਹਨੇ ਗੰਦਗੀ ਦੇਣੀ ਹੈ। ਇਹ ਚਿੱਕੜ ਦਾ ਸੁਭਾਅ ਹੈ। ਇੱਕ ਵਾਰੀ ਲੰਘ ਜਾਏਗਾ, ਦੋ ਵਾਰੀ ਲੰਘ ਜਾਏਗਾ, ਚਾਰ ਵਾਰੀ ਲੰਘ ਜਾਏਗਾ। ਜੇ ਚਿੱਕੜ ਦੇ ਵਿੱਚ ਹੀ ਡੇਰਾ ਪਾ ਕੇ ਬਹਿ ਜਾਏਗਾ ਸੱਜਣਾ, ਕਿੰਨਾ ਕੁ ਚਿਰ ਬਚ ਕੇ ਰਹੇਗਾ? ਇੱਕ ਦਿਨ ਐਸਾ ਆਏਗਾ ਜਿੱਦਣ ਉਹਨੇ ਗੰਦਗੀ ਨਾਲ ਭਰ ਹੀ ਦੇਣਾ। ਸਤਿਗੁਰੂ ਕਹਿੰਦੇ ਮਾੜੇ ਸੰਗ ਵਿੱਚ ਬਹਿਣਾ ਹਾਲਾਤ ਐਸੇ ਨੇ ਜਿਵੇਂ ਕਊਆ ਛੱਪੜ ਦੇ ਕਿਨਾਰੇ ਤੇ ਬੈਠਾ ਹੋਵੇ, ਤੇ ਛੱਪੜ ਦੇ ਕਿਨਾਰੇ ਤੇ ਬੈਠਾ ਆਪਣਾ ਤਨ ਤੇ ਮਨ ਦੋਵੇਂ ਚੀਜ਼ਾਂ ਮੈਲੀਆਂ ਲੈ ਕੇ ਬੈਠਾ, ਸਮਾਜ ਨੂੰ ਦਾਅਵਾ ਕਰਕੇ ਕਹਿੰਦਾ ਮੈਂ ਬਹੁਤ ਚੰਗਾ, ਬੜਾ ਵਧੀਆ ਹਾਂ, ਕਿਉਂਕਿ ਕਾਂ ਚਲਾਕ ਵੀ ਬਹੁਤ ਹੈ। ਕਾਗ ਜਿੰਨੀ ਚੇਸ਼ਟਾ ਕਿਸੇ ਪੰਛੀ ਕੋਲ ਨਹੀਂ ਹੈ। ਕਾਗ ਜਿੰਨੀ ਚੇਸ਼ਟਾ, ਉਹਦੇ ਜਿੰਨੀ ਸੁਚੇਤਤਾ ਕਿਸੇ ਕੋਲ ਨਹੀਂ। ਬਾਕੀ ਪੰਛੀਆਂ ਨੂੰ ਜਦੋਂ ਵੇਖੋਗੇ ਤੇ ਕਾਂ ਨੂੰ ਵਿਚਰਦਿਆਂ ਵੇਖੋਗੇ ਨਾ, ਤੇ ਉਹਨਾਂ ਵਿਚਲੀ ਸੁਚੇਤਤਾ ਦਾ ਜ਼ਮੀਨ ਅਸਮਾਨ ਦਾ ਫਰਕ ਹੈ। ਕਾਂ ਨੂੰ ਰਤਾ ਮਾਤਰ ਭਣਕ ਲੱਗਣੀ ਚਾਹੀਦੀ ਹੈ ਕਿ ਇਨਸਾਨ ਮੇਰੇ ਵੱਲ ਵਧਣ ਲੱਗਿਆ, ਉਸੇ ਵੇਲੇ ਹੀ ਉਡਾਰੀ ਮਾਰ ਜਾਂਦਾ। ਚੇਸ਼ਟਾ ਬਹੁਤ, ਕਿਉਂਕਿ ਜਦੋਂ ਵਿਦਿਆਰਥੀ ਇੱਕ ਸਿਖਿਆਰਥੀ ਦੇ ਗੁਣਾਂ ਦੀ ਗੱਲ ਕੀਤੀ ਸੀ ਨਾ ਇੱਕ ਲੇਖਕ ਨੇ, ਤੇ ਉਹਨੇ ਕੁਝ ਕੁ ਗੁਣਾਂ ਦਾ ਜ਼ਿਕਰ ਕੀਤਾ। ਉਹਦੇ ਵਿੱਚ ਨਾ ਉਹਨੇ ਉਦਾਹਰਨ ਦਿੰਦਿਆਂ ਤੇ ਇਹ ਆਖਿਆ ਸੀ ਵੀ ਜੇ ਤੂੰ ਕੁਝ ਜ਼ਿੰਦਗੀ 'ਚ ਸਿੱਖਣਾ ਚਾਹੁੰਦਾ ਨਾ ਸਿਖਿਆਰਥੀ ਬਣ ਕੇ, ਤੇ ਤੇਰੇ ਕੋਲ ਨੀਂਦ ਓਨੀ ਕੁ ਹੋਵੇ ਜਿਵੇਂ ਇੱਕ ਕੂਕਰ ਦੀ ਨੀਂਦ ਹੈ। ਕੂਕਰ ਕੋਈ ਬਹੁਤਾ ਚਿਰ ਸੌਂਦਾ ਨਹੀਂ ਹੈ, ਜਿੰਨਾ ਮਰਜ਼ੀ ਸੁੱਤਾ ਹੋਵੇ, ਜੇ ਅਸੀਂ ਉਹਨੂੰ
ਰਤਾ ਮਾਤਰ ਦੀ ਆਵਾਜ਼ ਮਾਰੀਏ ਨਾ ਉਸੇ ਵੇਲੇ ਹੀ ਉੱਠ ਪੈਂਦਾ, ਉਹਨੂੰ ਨੀਂਦ ਨਾਲ ਕੋਈ ਬਹੁਤਾ ਨਹੀਂ। ਤੇ ਦੂਜਾ ਗੁਣ ਉਹਨੇ ਦੱਸਿਆ ਸੀ ਕਾਗ ਜਿੰਨੀ ਚੇਸ਼ਟਾ। ਜੇ ਕੁਝ ਸਿੱਖਣਾ ਚਾਹੁੰਦਾ ਤੇ ਤੇਰੇ ਕੋਲ ਸੁਚੇਤਤਾ ਇੰਨੀ ਕੁ ਹੋਵੇ ਜਿੰਨੀ ਕਾਂ ਕੋਲ ਹੈ। ਬੜੀ ਸੁਚੇਤਤਾ ਨਾਲ ਇਹ ਵਿਚਰਦਾ ਹੈ। ਤੇ ਸਤਿਗੁਰੂ ਕਹਿੰਦੇ ਹੁਣ ਬੈਠਾ ਇਹ ਛੱਪੜ ਦੇ ਕਿਨਾਰੇ ਤੇ ਹੈ, ਮਨ ਵੀ ਮੈਲਾ ਤਨ ਵੀ ਮੈਲਾ। ਹੁਣ ਲੋਕਾਂ ਨੂੰ ਦਾਵਾ ਕਰ ਕਰਕੇ ਆਖਦਾ ਮੈਂ ਬਹੁਤ ਚੰਗਾ, ਪਰ ਇਹਦੀ ਜਿਹੜੀ ਚੁੰਝ ਹੈ ਨਾ ਉਹ ਗੰਦਗੀ ਨਾਲ ਭਰੀ ਦੱਸ ਰਹੀ ਹੈ ਵੀ ਇਹ ਲੋਕਾਂ ਨੂੰ ਹੀ ਕਹਿਣ ਜੋਗਾ ਚੰਗਾ ਹੈ। ਇਹ ਚੰਗਾ ਹੈ ਕੋਈ ਨਹੀਂ, ਕਿਉਂਕਿ ਔਗਣਾਂ ਨਾਲ ਭਰਿਆ ਤੇ ਚੁੰਝ ਵਿੱਚ ਵੀ ਆਪਣੀ ਗੰਦਗੀ ਲੈ ਕੇ ਬੈਠਾ ਹੈ। ਸਰਵਰ ਹੰਸ ਨਾ ਜਾਣਿਆ, ਕਾਗ ਕੋ ਪੰਖੀ ਸੰਗ। ਸਾਕਤ ਸਿਉ ਐਸੀ ਪ੍ਰੀਤ ਹੈ, ਬੁੱਝਹੁ ਗਿਆਨੀ ਰੰਗ। ਸਤਿਗੁਰੂ ਕਹਿੰਦੇ ਮਨੁੱਖ ਨੇ ਭੈੜੀ ਸੰਗਤ ਕੀਤੀ, ਛੱਪੜ ਦੇ ਕਿਨਾਰੇ ਤੇ ਬੈਠਾ ਕਾਂ ਬਣ ਕੇ ਨੇ ਜ਼ਿੰਦਗੀ ਲੰਘਾਈ। ਹੈ ਇਹ ਬੜਾ ਹੰਸ ਸੀ, ਮਤਲਬ ਬੜੀ ਉੱਚੀ ਬਿਰਤੀ ਦਾ ਮਾਲਕ ਸੀ ਇਹ। ਸਰਵਰ ਲਫ਼ਜ਼ ਵਰਤਿਆ ਗਿਆ ਇੱਥੇ ਗੁਰੂ ਰੂਪ ਸਰੋਵਰ ਲਈ। ਹੰਸ ਨਾ ਜਾਣਿਆ, ਮਨੁੱਖ ਰੂਪੀ ਹੰਸ ਨੇ ਗੁਰੂ ਰੂਪੀ ਸਰਵਰ ਨੂੰ ਨਹੀਂ ਜਾਣਿਆ। ਕਾਰਨ ਕਾਗ ਕੁਪੰਖੀ ਸੰਗ, ਕਿਉਂਕਿ ਇਹ ਨਾ ਮਨ ਮੁੱਖਾਂ ਦੇ ਵਿੱਚ ਬੈਠਾ ਕਾਵਾਂ ਦਾ ਸੰਗ ਕਰਦਾ ਰਿਹਾ, ਭੈੜਾ ਸੰਗ ਕਰਦਾ ਰਿਹਾ, ਸਮਝ ਹੀ ਨਾ ਸਕਿਆ ਸਰੋਵਰ ਨੂੰ। ਮਨੁੱਖ ਹੰਸ ਬਿਰਤੀ ਦੇ ਮਾਲਕ ਨਹੀਂ ਜਾਣ ਸਕਿਆ। ਇਹ ਜਿਹੜਾ ਹੰਸ ਰੂਪੀ ਜੀਵ ਸੀ ਨਾ, ਇਹ ਕਾਮਾਂ ਦੀ ਸੰਗਤ 'ਚ ਬੈਠਾ, ਮਤਲਬ ਮਨ ਮੁੱਖਾਂ ਦੀ ਸੰਗਤ ਵਿੱਚ ਬੈਠਣ ਕਰਕੇ ਇਹ ਸਰਵਰ ਰੂਪੀ ਗੁਰੂ ਰੂਪੀ ਸਰਵਰ ਨੂੰ ਪਹਿਚਾਨ ਨਾ ਸਕਿਆ। ਸਾਕਤ ਸਿਉ ਐਸੀ ਪ੍ਰੀਤ ਹੈ, ਕਿਉਂਕਿ ਪ੍ਰੀਤ ਹੀ ਬੜੀ ਲਾ ਕੇ ਬੈਠਾ ਸਾਖਤਾਂ ਦੇ ਨਾਲ। ਬੁੱਝੋ ਗਿਆਨੀ ਰੰਗ, ਮਾਲਕ ਕਹਿੰਦੇ ਇਸ ਗੱਲ ਨੂੰ ਜੇ ਕਿਤੇ ਗੁਰੂ ਕੇ ਗਿਆਨ ਸਦਕਾ ਪ੍ਰੇਮ ਨਾਲ ਸਮਝਿਆ ਜਾਏ ਨਾ, ਫਿਰ ਪਤਾ ਲੱਗਦਾ ਕਿ ਜੀਵ ਹੈ ਤੇ ਰੱਬ ਨੇ। ਕਿਉਂਕਿ ਰੱਬ ਨੇ ਜਿੱਦਣ ਭੇਜਿਆ ਸੀ ਉਹਨੇ ਹੰਸ ਬਣਾ ਕੇ ਹੀ ਭੇਜਿਆ ਸੀ, ਉਹਨੇ ਕਾਂ ਨਹੀਂ ਸੀ ਭੇਜਿਆ। ਇਹ ਤੇ ਮਨੁੱਖ ਆਪਣੇ ਕੰਮਾਂ ਕਰਕੇ ਕਾਂ ਬਣਿਆ, ਰੱਬ ਨੇ ਤੇ ਹੰਸ ਬਣਾ ਕੇ ਭੇਜਿਆ। ਹੁਣ ਸੰਗ ਉਦਾਂ ਦਾ ਕਰਦਾ ਰਿਹਾ, ਜਿਵੇਂ ਇੱਕ ਨਾ ਨਿੱਕਾ ਜਿਹਾ ਦ੍ਰਿਸ਼ਟਾਂਤ ਸ਼ਾਇਦ ਪਹਿਲਾਂ ਵੀ ਆਪ ਜੀ ਦੇ ਸਨਮੁਖ ਰੱਖਿਆ ਸੀ ਵੀ ਇੱਕ ਨਾ ਸ਼ੇਰ ਨੇ, ਮਤਲਬ ਸ਼ੇਰਨੀ ਨੇ ਬੱਚੇ ਨੂੰ ਜਨਮ ਦਿੱਤਾ ਤੇ ਉਹ ਸੁਭਾਵਿਕ ਜਿਹੀ ਗੱਲ ਹੈ ਵੀ ਉਹਦੀ ਕੁੱਖ ਤੋਂ ਸ਼ੇਰ ਹੀ ਪੈਦਾ ਹੋਏਗਾ। ਉਹ ਜਿਹੜਾ ਸ਼ੇਰ ਪੈਦਾ ਹੋਇਆ ਨਾ ਉਹ ਕਿਤੇ ਆਜੜੀ ਦੇ ਵੱਗ ਨਾਲ ਰਲ ਗਿਆ, ਭੇਡਾਂ ਦੇ ਵੱਗ ਨਾਲ ਰਲ ਗਿਆ। ਹੁਣ ਉਹ ਆਜੜੀ ਗਿਆ ਡਰ ਵੀ ਇਹਨੇ ਤੇ ਮੇਰੀਆਂ ਭੇਡਾਂ ਖਾ ਜਾਣੀਆਂ ਸਾਰੀਆਂ। ਪਰ ਉਹਨੇ ਵੇਖਿਆ ਵੀ ਇਹ ਅਜੇ ਛੋਟਾ ਹੈ, ਇਹਨੂੰ ਪਤਾ ਨਹੀਂ ਹੁਣ ਸ਼ਿਕਾਰ ਕਿੱਦਾਂ ਕਰਨਾ ਕਿੱਦਾਂ ਨਹੀਂ, ਅਜੇ ਇਹ ਬੱਚਾ ਹੈ। ਉਹਨੇ ਭੇਡਾਂ 'ਚ ਹੀ ਰੱਖ ਲਿਆ, ਸ਼ੇਰ ਵੀ ਭੇਡਾਂ 'ਚ ਰਲ ਗਿਆ। ਹੁਣ ਜਿਵੇਂ ਭੇਡ ਚੱਲ ਆਪਾਂਗੇ ਨਾ ਵੀ ਇੱਕ ਭੇਡ ਬਹਿੰਦੀ ਤੇ ਸਾਰੀਆਂ ਹੀ ਬਹਿ ਜਾਂਦੀਆਂ, ਇੱਕ ਤੁਰਦੀ ਤੇ ਸਾਰੀਆਂ ਹੀ ਤੁਰ, ਜੇ ਇੱਕ ਖੂਹ 'ਚ ਡਿੱਗੀ ਤੇ ਸਾਰੀਆਂ ਨੇ ਡਿੱਗਣਾ। ਇਹ ਉਹਨਾਂ ਦਾ ਸੁਭਾਅ ਹੈ। ਉਹ ਸ਼ੇਰ ਵੀ ਉਸੇ ਤਰ੍ਹਾਂ ਹੀ, ਸ਼ੇਰ ਦਾ ਬੱਚਾ ਵੀ ਉਸੇ ਤਰ੍ਹਾਂ ਹੀ, ਭੇਡਾਂ ਨੇ ਤੁਰਨਾ ਉਹਨੇ ਵੀ ਉੱਠ ਕੇ ਤੁਰ ਪੈਣਾ, ਭੇਡਾਂ ਨੇ ਬਹਿਣਾ ਉਹਨੇ ਵੀ ਬਹਿ ਜਾਣਾ। ਜੇ ਕਿਤੇ ਆਜੜੀ ਨੇ ਭੇਡਾਂ ਨੂੰ ਭਜਾਉਣਾ ਤੇ ਸ਼ੇਰ ਨੇ ਵੀ ਡਰ ਕੇ ਭੱਜ ਲੈਣਾ। ਉਹਦਾ ਸੁਭਾਅ ਨਹੀਂ ਡਰ ਕੇ ਭੱਜਣਾ, ਪਰ ਉਹਨਾਂ 'ਚ ਰਹਿ ਰਹਿ ਕੇ ਉਹ ਸਿੱਖ ਗਿਆ, ਭੇਡ ਚੱਲ ਸਿੱਖ ਗਿਆ, ਉਹਨਾਂ ਦੇ ਮਗਰ ਲੱਗ ਕੇ ਤੁਰਨ ਲੱਗ ਪਿਆ। ਇੱਕ ਦਿਨ ਐਸਾ ਆਇਆ ਵੀ ਹੁਣ ਜੰਗਲ 'ਚ ਆਜੜੀ ਆਪਣੇ ਭੇਡਾਂ ਦੇ ਵੱਗ ਨੂੰ ਲੈ ਕੇ ਗਿਆ ਤੇ ਇੱਕ ਸ਼ੇਰ ਆ ਗਿਆ। ਇਉਂ ਕਹਿ ਲਈਏ ਵੀ ਉਸੇ ਬੱਚੇ ਦਾ ਜਿਹੜਾ ਪਿਤਾ ਸੀ ਜਾਂ ਉਹਦੀ ਮਾਂ ਸੀ ਉਹ ਆਈ, ਉਹਨੇ ਦਹਾੜ ਮਾਰੀ ਤੇ ਭੇਡਾਂ ਲਈਆਂ ਭੱਜ। ਹੁਣ ਸਾਰਾ ਵੱਗ ਭੱਜਿਆ ਤੇ ਸ਼ੇਰ ਦਾ ਬੱਚਾ ਵੀ ਵਿੱਚ ਹੀ ਭੱਜ ਲਿਆ ਵੀ ਸਾਨੂੰ ਤੇ ਮਾਰ ਦੇਣਾ ਇਹਨੇ। ਉਹ ਦਹਾੜਨ ਵਾਲਾ ਸ਼ੇਰ ਬੜਾ ਹੈਰਾਨ ਵੀ ਇਹ ਕੀ ਗੱਲ, ਇਹ ਵੀ ਵੱਗ ਦੇ ਵਿੱਚ ਹੀ ਭੱਜਿਆ ਜਾਂਦਾ, ਇਹ ਲੱਗਦਾ ਤੇ ਮੇਰੀ ਅੰਸ਼ ਹੈ। ਉਹਨੇ ਰੋਕਿਆ ਵੀ ਤੂੰ ਖੜੋ ਜਾ, ਵੀ ਬਾਕੀਆਂ ਨੂੰ ਛੱਡ, ਪਹਿਲਾਂ ਤੈਨੂੰ ਹੀ ਫੜਾਂਗਾ ਹੁਣ ਮੈਂ। ਉਹਨੇ ਫੜ ਕੇ ਉਹਨੂੰ ਨਾਲ ਲਿਆ ਤੇ ਉਹਨੂੰ ਸਮਝਾਉਂਦਾ ਵੀ ਤੂੰ ਕਿਹੜੇ ਪਾਸੇ ਤੁਰਿਆ ਫਿਰਦਾ, ਜਿੰਨਾ ਵਿੱਚ ਤੂੰ ਰਹਿ ਰਿਹਾ ਤੇਰਾ ਤੇ ਰੋਜ਼ ਦਾ ਸ਼ਿਕਾਰ ਹੈ।
ਜਿਨ੍ਹਾਂ ਦੇ ਜਿਸ ਵੱਗ 'ਚ ਤੂੰ ਬੈਠਾ ਹੈ ਉਹਨਾਂ ਤੋਂ ਤੂੰ ਡਰਦਾ ਫਿਰਦਾ, ਉਹਨਾਂ ਦੇ ਮਗਰ ਭੱਜਿਆ ਫਿਰਦਾ, ਉਹ ਤੇ ਤੇਰੀ ਇੱਕ ਦਹਾੜ ਤੋਂ ਵੀ ਭੱਜਣਗੇ। ਤੂੰ ਵੇਖ ਮੇਰੇ ਵੱਲ ਝਾਤ ਮਾਰ ਕੇ, ਤੇ ਫਿਰ ਆਪਣੇ ਵੱਲ ਵੇਖੋ। ਇੱਕ ਨਦੀ ਦੇ ਕਿਨਾਰੇ ਤੇ ਲੈ ਗਿਆ ਉਸ ਬੱਚੇ ਨੂੰ, ਉਹਨੂੰ ਵਿਖਾਇਆ ਵੀ ਵੇਖ ਇਹਦੇ ਵਿੱਚ ਝਾਤ ਮਾਰ ਕੇ ਤੇਰੇ ਤੇ ਮੇਰੇ ਰੂਪ 'ਚ ਕੋਈ ਫਰਕ ਨਹੀਂ ਹੈ। ਉਹਨੂੰ ਜਾਗਰੂਕ ਕਰਾਇਆ, ਉਹ ਜਾਗਰੂਕ ਹੋਇਆ। ਹੁਣ ਉਹ ਸ਼ੇਰ ਦਹਾੜ ਦਾ 2-4 ਵਾਰ ਤੇ ਉਹ ਡਰਿਆ, ਪਰ ਫਿਰ ਅੰਦਰੋਂ ਉਹੀ ਦਹਾੜ ਨਿਕਲਦੀ ਹੈ ਜਿਹੜੀ ਸ਼ੇਰ ਦੀ ਹੋਣੀ ਚਾਹੀਦੀ ਹੈ। ਮਤਲਬ ਸੰਗ ਨੇ ਇੰਨਾ ਕੁ ਪ੍ਰਭਾਵੀ ਕੀਤਾ ਕਿ ਉਹਨੇ ਸ਼ੇਰ ਨੇ ਜਦੋਂ ਭੇਡਾਂ ਦਾ ਸੰਗ ਕੀਤਾ ਤੇ ਉਹ ਭੇਡ ਬਿਰਤੀ ਦਾ ਮਾਲਕ ਬਣ ਗਿਆ। ਰੱਬ ਨੇ ਇਸ ਜੀਵ ਨੂੰ ਹੰਸ ਬਣਾ ਕੇ ਭੇਜਿਆ, ਪਰ ਇੱਥੇ ਆ ਕੇ ਜਦੋਂ ਕਊਆਂ ਦਾ ਸੰਗ ਕੀਤਾ ਨਾ, ਮਨਮੁਖਾਂ ਦਾ ਸੰਗ ਕੀਤਾ, ਇਹ ਵੀ ਕਊਏ ਬਿਰਤੀ ਦਾ ਮਾਲਕ ਬਣਦਾ ਗਿਆ। ਹੁਣ ਉਹਨਾਂ ਚਿਰ ਕਊਏ ਬਿਰਤੀ ਦਾ ਮਾਲਕ ਹੈ ਜਿੰਨਾ ਚਿਰ ਇਹ ਜੋਤ ਰੂਪੀ ਮਨ ਆਪਣੇ ਆਪ ਨੂੰ ਪਹਿਚਾਣ ਨਹੀਂ ਲੈਂਦਾ, ਜਿੰਨਾ ਚਿਰ ਰੱਬ ਰੂਪੀ ਪਿਤਾ ਦਾ ਸੰਗ ਕਰਕੇ ਆਪਣੇ ਸਰੂਪ ਨੂੰ ਨਹੀਂ ਨਾ ਜਾਣਦਾ, ਉਹਨਾਂ ਚਿਰ ਕਊਆ ਹੀ ਹੈ। ਜਿਸ ਦਿਨ ਰੱਬ ਦਾ ਸੰਗ ਕਰਕੇ ਸਮਝ ਲਏਗਾ ਨਾ, ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ, ਜਿੱਦਣ ਮੁੱਢ ਆਪਣਾ ਪਛਾਣੇਗਾ ਉਦਣ ਪਤਾ ਲੱਗੇਗਾ ਮੈਂ ਤੇ ਕਊਆਂ ਵਿੱਚ ਰਲ ਕੇ ਗੰਦਗੀ ਖਾਂਦਾ ਰਿਹਾ, ਮੇਰਾ ਸੁਭਾਵ ਤੇ ਹੰਸ ਵਰਗਾ ਸੀ, ਮੈਂ ਹੰਸ ਰੂਪੀ, ਹੰਸ ਵਰਗਾ ਮੇਰਾ ਰੂਪ ਹੈ, ਹੰਸ ਵਰਗਾ ਮੇਰਾ ਜੀਵਨ ਹੈ। ਮੈਂ ਕਿੱਥੇ ਕਾਵਾਂ ਵਿੱਚ ਬਹਿ ਕੇ, ਕਾਵਾਂ ਦੇ ਅੰਦਰ ਬੈਠ ਕੇ ਗੰਦਗੀ ਖਾਂਦਾ ਰਿਹਾ। ਜਿੱਦਣ ਆਪਣੇ ਮੂਲ ਨੂੰ ਪਛਾਣੇਗਾ ਉਦਣ ਹੀ ਅੰਦਰੋਂ ਜਾਗਰੂਕ ਹੋ ਕੇ, ਜਿੱਦਣ ਝੰਜੋੜਿਆ ਗਿਆ ਨਾ, ਉਦਣ ਇਹਨੂੰ ਜਾਗਰੂਕਤਾ ਮਿਲਣੀ, ਇਹਨੇ ਸੁਚੇਤ ਹੋਣਾ ਤੇ ਹੋ ਸਕਦਾ ਇਹ ਕੁਪੰਖੀ ਦਾ ਸੰਗ ਛੱਡ ਦਏ ਤੇ ਆਪਣੇ ਅਸਲ ਸਰੂਪ ਨੂੰ ਪਹਿਚਾਣ ਲਏ। ਪਰ ਉਦੋਂ ਜਿਸ ਦਿਨ ਆਪ ਪਰਮਾਤਮਾ ਕਿਰਪਾ ਕਰਕੇ ਇਹਨੂੰ ਸੁਚੇਤਤਾ ਬਖਸ਼ਦਾ ਹੈ। ਸਤਿਗੁਰੂ ਜੀ ਆਖਦੇ, ਕਹਿੰਦੇ ਸਰਵਰ ਹੰਸ ਨਾ ਜਾਣਿਆ ਕਾਗ ਕੁਪੰਖੀ ਸੰਗ, ਸਾਕਤ ਸਿਉ ਐਸੀ ਪ੍ਰੀਤ ਹੈ ਬੁਝੋ ਗਿਆਨੀ ਰੰਗ। ਜੇ ਕਿਤੇ ਜੀਵ ਇਸ ਗੱਲ ਨੂੰ ਸਮਝ ਲਏ ਫਿਰ ਕਿਤੇ ਜਾ ਕੇ ਇਹ ਸੁਚੇਤਤਾ ਜਿਹੜੀ ਉਹਨੂੰ ਹਾਸਲ ਕਰ ਸਕਦਾ ਹੈ। ਸੰਤ ਸਭਾ ਜੈਕਾਰ ਕਰ, ਗੁਰਮੁਖ ਕਰਮ ਕਮਾਓ, ਨਿਰਮਲ ਨਾਵਣ ਨਾਨਕਾ, ਗੁਰ ਤੀਰਥ ਦਰਿਆਓ। ਜੇ ਗੁਰੂ ਦੇ ਅਨੁਸਾਰੀ ਹੋ ਕੇ ਸੰਤ ਸਭਾ ਜੈਕਾਰ ਕਰ, ਗੁਰੂ ਕੀ ਸਭਾ ਵਿੱਚ ਬੈਠ ਕੇ ਗੁਰੂ ਦਾ ਅਨੁਸਾਰੀ ਬਣ ਕੇ ਜੈਕਾਰ ਕਰਨੀ ਸਿੱਖ ਲਏ, ਮਤਲਬ ਰੱਬ ਦੇ ਗੁਣਾਂ ਨੂੰ ਗਾਉਣਾ ਸਿੱਖ ਲਏ। ਗੁਰੂ ਅਨੁਸਾਰੀ ਹੋ ਕੇ ਕਰਮ ਕਮਾਓ, ਗੁਰੂ ਦੇ ਆਸ਼ੇ ਮੁਤਾਬਕ ਕਰਮ ਕਮਾਉਣ ਲੱਗ ਜਾਏ। ਮਾਲਕ ਕਹਿੰਦੇ ਨਿਰਮਲ ਨਾਵਣ ਨਾਨਕਾ, ਉਸ ਦਿਨ ਇਹਦਾ ਨਹਾਉਣਾ ਨਿਰਮਲ ਬਣ ਜਾਂਦਾ। ਉਦੋਂ ਛੱਪੜੀ ਤੇ ਨਹੀਂ, ਉਦੋਂ ਸਰਵਰ ਤੇ ਨਹਾਉਣਾ ਸ਼ੁਰੂ ਕਰ ਲੈਂਦਾ। ਛੱਪੜੀ ਤੇ ਇੱਕ ਵਾਰੀ ਨਹਾ ਲਏ ਤਾਂ ਵੀ ਗੰਦਗੀ, 2 ਵਾਰੀ ਨਹਾ ਲਏ ਤਾਂ ਵੀ ਗੰਦਗੀ, ਸਾਰਾ ਦਿਨ ਨਹਾਈ ਜਾਵੇ ਤਾਂ ਵੀ ਗੰਦਗੀ ਹੈ। ਸਰਵਰ ਉੱਤੇ ਆ ਕੇ ਇਸ਼ਨਾਨ ਕਰੇ ਗੰਦਗੀ ਲੱਥੇਗੀ, ਸਰਵਰ ਉੱਤੇ ਆ ਕੇ ਨਹਾਵੇਗਾ ਮੈਲ ਤੋਂ ਛੁਟਕਾਰਾ ਹੋਏਗਾ। ਗੰਦੇ ਪਾਣੀ ਨਾਲ ਕਦੇ ਕੋਈ ਨਹਾਤਾ ਨਹੀਂ ਜੇ, ਗੰਦੇ ਪਾਣੀ ਨਾਲ ਨਹਾਉਣ ਵਾਲਾ ਗੰਦਗੀ ਹੀ ਖੱਟਦਾ। ਹਮੇਸ਼ਾ ਨਹਾਉਣ ਲੱਗਿਆਂ ਸਾਫ਼ ਤੇ ਸੁਥਰੇ ਜਲ ਦੀ ਵਰਤੋਂ ਕੀਤੀ ਜਾਂਦੀ ਹੈ ਤਾਂ ਜੋ ਸਾਡੇ ਤਨ ਦੀ ਮੈਲ ਨੂੰ ਆਸਾਨੀ ਨਾਲ ਅਸੀਂ ਲਾ ਸਕੀਏ। ਤੇ ਮਾਲਕ ਕਹਿੰਦੇ ਸੰਤ ਸਭਾ ਜੈਕਾਰ ਕਰ, ਗੁਰਮੁਖ ਕਰਮ ਕਮਾਓ। ਜਦੋਂ ਗੁਰੂ ਕੀ ਸਭਾ ਵਿੱਚ ਬੈਠ ਕੇ ਰੱਬ ਦੀ ਵਡਿਆਈ ਕਰਨੀ ਸਿੱਖ ਲਏਗਾ, ਗੁਰੂ ਅਨੁਸਾਰੀ ਹੋ ਕੇ ਜਿਸ ਦਿਨ ਕਰਮ ਕਮਾਉਣ ਲੱਗ ਜਾਏਗਾ, ਉਸ ਦਿਨ ਤੇਰਾ ਨਹਾਉਣਾ ਵੀ ਪ੍ਰਵਾਨਿਆ ਜਾਏਗਾ। ਨਿਰਮਲ ਨਾਵਣ ਨਾਨਕਾ, ਉਸ ਦਿਨ ਤੇਰਾ ਜਿਹੜਾ ਇਸ਼ਨਾਨ ਹੈ ਉਹ ਨਿਰਮਲਤਾਈ ਵਾਲਾ ਬਣ ਜਾਏਗਾ, ਕਿਉਂਕਿ ਗੁਰ ਤੀਰਥ ਦਰਿਆਓ। ਉਸ ਦਿਨ ਤੂੰ ਗੁਰੂ ਰੂਪ ਸਰਵਰ ਦੇ ਕਿਨਾਰੇ ਤੇ ਆ ਕੇ ਇਸ਼ਨਾਨ ਕਰਨ ਲੱਗਾ, ਉੱਥੇ ਆ ਕੇ ਨਹਾਉਣ ਲੱਗਾ। ਸੱਜਣਾ, ਜਿੱਥੇ ਆ ਕੇ ਤਨ ਦੀ ਮੈਲ ਤੇ ਮਿਟਦੀ ਹੈ, ਜਿੱਥੇ ਆ ਕੇ ਕਰਮਾਂ ਤੇ ਮਨ ਦੀ ਮੈਲ ਵੀ ਲੱਥ ਜਾਂਦੀ, ਜਿਹਨੂੰ ਗੁਰੂ ਸਤ ਬਾਣੀ ਚ ਆਖਦੇ ਗੁਰੂ ਸਾਹਿਬ ਕਿ ਰਾਮਦਾਸ ਸਰੋਵਰ ਨਾਤੇ ਸਭ ਉਤਰੇ ਪਾਪ ਕਮਾਤੇ, ਨਿਰਮਲ ਹੋਏ ਕਰ ਇਸ਼ਨਾਨਾ। ਹੁਣ ਨਿਰਮਲਤਾਈ ਖੱਟ ਲਈ ਕਦੋਂ? ਜਦੋਂ ਰਾਮਦਾਸ
ਰਾਮ ਦੇ 10 ਰੂਪ ਸਰੋਵਰ 'ਚ ਆ ਕੇ ਇਸ਼ਨਾਨ ਕੀਤਾ, ਮਤਲਬ ਸੰਗਤ ਵਿੱਚ ਆ ਕੇ ਬੈਠੇ। ਕੁਝ ਸੰਗਤ ਛੱਡੀ, ਛੱਪੜੀ ਦਾ ਕਿਨਾਰਾ ਛੱਡਿਆ ਤੇ ਆ ਕੇ ਜਦੋਂ ਗੁਰੂ ਕੇ ਸੰਗ ਰੂਪੀ ਸਰਵਰ ਰੂਪੀ ਸਰੋਵਰ ਦਾ ਆ ਕੇ ਕਿਨਾਰਾ ਪਕੜਿਆ ਨਾ, ਉਦੋਂ ਨਿਰਮਲਤਾਈ ਮਿਲੀ। ਉਸ ਦਿਨ ਜੀਵਨ ਵਿੱਚ ਸ਼ੁੱਧਤਾ ਮਿਲੀ, ਚੰਗੇ ਗੁਣ ਮਿਲੇ, ਕਿਉਂਕਿ ਮੈਂ ਆ ਕੇ ਗੁਰੂ ਦਾ ਸੰਗ ਕੀਤਾ। ਤੇ ਹੁਣ ਤਨ ਵੀ ਧੋਤਾ ਗਿਆ, ਮਨ ਵੀ ਧੋਤਾ ਗਿਆ, ਜੀਵਨ ਵੀ ਨਿਰਮਲਤਾਈ ਵਾਲਾ ਬਣ ਗਿਆ, ਕਿਉਂਕਿ ਭੈੜਾ ਸੰਗ ਛੱਡ ਕੇ ਅੱਜ ਚੰਗੇ ਸੰਗ ਵਿੱਚ ਬਹਿਣ ਲੱਗ ਪਿਆ। ਤੇ ਫਿਰ ਜਦੋਂ ਗੁਰੂ ਕਿਰਪਾ ਕਰਦੇ, ਗੁਰੂ ਰਹਿਮਤ ਕਰਦੇ, ਉਦੋਂ ਕੀ ਹੁੰਦਾ ਹੈ? ਉਹ ਕਾਵਾਂ ਤੋਂ ਵੀ ਹੰਸ ਬਣਾ ਦਿੰਦਾ। ਚਾਹੇ ਜਿੱਡੀ ਮਰਜ਼ੀ ਕਾਂ ਬਿਰਤੀ ਦਾ ਮਾਲਕ ਹੈ, ਜਿਸ ਦਿਨ ਇਹ ਕਾਂ ਬਿਰਤੀ ਦਾ ਮਾਲਕ ਆ ਕੇ ਗੁਰੂ ਦੇ ਸੰਗ 'ਚ ਬਹਿੰਦਾ ਨਾ, ਫਿਰ ਉਹ ਕਾਗੋਂ ਹੰਸ ਕਰੇ। ਉਹ ਕਾਂ ਬਿਰਤੀ ਤੋਂ ਵੀ ਹੰਸ ਬਿਰਤੀ ਦਾ ਮਾਲਕ ਬਣਾ ਦਿੰਦਾ। ਬਾਤ ਹੈ ਗੁਰੂ ਕੇ ਸੰਗ 'ਚ ਆ ਕੇ ਬੈਠਣ ਦੀ, ਸਰੋਵਰ ਦੇ ਕਿਨਾਰੇ ਤੇ ਆ ਕੇ ਬੈਠਣ ਦੀ। ਜੇ ਭੈੜੀ ਸੰਗਤ ਕਰਕੇ ਭੈੜੀ ਰੰਗਤ ਚੜ ਸਕਦੀ ਹੈ, ਸੁਭਾਵਿਕ ਜਿਹੀ ਬਾਤ ਹੈ ਚੰਗਾ ਸੰਗ ਕਰਕੇ ਚੰਗੀ ਰੰਗਤ ਵੀ ਜ਼ਰੂਰ ਚੜੇਗੀ। ਇੰਨਾ ਹੈ ਕਿ ਭੈੜੀ ਰੰਗਤ ਚੜਨ ਲੱਗਿਆਂ ਸਮਾਂ ਘੱਟ ਲੱਗਦਾ, ਚੰਗੀ ਸੰਗਤ ਦੀ ਰੰਗਤ ਹੌਲੀ ਹੌਲੀ ਚੜਦੀ। ਚੰਗੇ ਗੁਣਾਂ ਨੂੰ ਸਿੱਖਣਾ ਪੈਂਦਾ, ਮਾੜੇ ਆਪਣੇ ਆਪ ਹੀ ਆ ਜਾਂਦੇ। ਗਿਆਨ ਸਿੱਖਣ ਲਈ ਵਿਦਿਆਰਥੀ ਸਕੂਲ 'ਚ ਭੇਜਿਆ, ਗਿਆਨ ਸਿੱਖਣ ਲਈ ਬੱਚੇ ਨੂੰ ਕਾਲਜ 'ਚ ਭੇਜਿਆ ਗਿਆ, ਗਿਆਨ ਸਿੱਖਣ ਦੇ ਲਈ ਇਹਨੂੰ ਵੱਖਰੇ ਵੱਖਰੀ ਇੰਸਟੀਚਿਊਟ ਦੇ ਵਿੱਚ ਭੇਜਿਆ ਗਿਆ ਵੀ ਤੂੰ ਸਿੱਖ ਕੇ ਆ। ਕਿਹੜਾ ਮਾੜਾ ਕਰਮ ਹੈ ਜਿਹੜਾ ਸਿਖਾਉਣ ਲਈ ਅਸੀਂ ਉਹਨੂੰ ਕਿਸੇ ਇੰਸਟੀਚਿਊਟ ਵਿੱਚ ਭੇਜਿਆ ਹੋਵੇ। ਜਿਵੇਂ ਮਿੱਠਾ ਬੋਲਣਾ ਸਿਖਾਉਣਾ ਪਿਆ ਬੱਚੇ ਨੂੰ ਵੀ ਭਾਈ ਤੂੰ ਏਦਾਂ ਬੋਲਿਆ ਕਰ। ਅਪਸ਼ਬਦਾਵਲੀ ਸਿਖਾਈ ਕਿਸੇ ਨੇ, ਉਹ ਸੁਣ ਸੁਣ ਕੇ ਹੀ ਸਿੱਖ ਗਿਆ। ਤੇ ਹੁਣ ਇੰਨੀ ਕੁ ਜ਼ਿਆਦਾ ਬਿਰਥੀ ਇਹਦੀ ਗੰਦਗੀ ਨਾਲ ਭਰ ਗਈ ਵੀ ਕਿਸੇ ਕੋਲੋਂ ਜੋ ਸੁਣਿਆ ਉਹ ਤੇ ਬੋਲਦਾ ਹੀ ਬੋਲਦਾ, ਪਰ ਹੁਣ ਆਪਣੇ ਅੰਦਰੋਂ ਬੜੀ ਗੰਦਗੀ ਕੱਢਣ ਲੱਗ ਪਿਆ। ਚੰਗੇ ਗੁਣ ਸਿਖਾਉਣੇ ਪੈਂਦੇ ਨੇ, ਮਾੜੇ ਨਹੀਂ। ਚੰਗੀ ਸੰਗਤ ਦੀ ਰੰਗਤ ਚੜ੍ਹਦੀ ਹੈ, ਪਰ ਜੇ ਚੰਗੀ ਸੰਗਤ 'ਚ ਬੈਠੇ ਰੰਗਤ ਵੀ ਚੜ੍ਹੇਗੀ ਹੌਲੀ ਹੌਲੀ, ਪਰ ਮਾੜਾ ਸੰਗ ਬੜੀ ਛੇਤੀ ਇਨਸਾਨ ਕਬੂਲ ਲੈਂਦਾ, ਰੰਗਤ ਵੀ ਉਨੀ ਤੇਜ਼ੀ ਨਾਲ ਚੜ੍ਹ ਜਾਂਦੀ ਹੈ। ਫਲ ਪੱਕਣ ਲੱਗਿਆਂ ਟਾਈਮ ਲੱਗਦਾ, ਖਰਾਬ ਹੋਣ ਲੱਗਿਆਂ ਨਹੀਂ। ਸਕੂਲਾਂ 'ਚ ਪੜ੍ਹਾਇਆ ਜਾਂਦਾ ਸੀ ਨਾ, ਇੱਕ ਸੇਬ ਨੇ ਸਾਰੀ ਦੀ ਸਾਰੀ ਪੇਟੀ ਨੂੰ ਖਰਾਬ ਕਰਕੇ ਰੱਖਤਾ। ਪੱਕਣ ਲੱਗਿਆਂ ਤੇ ਕਿੰਨਾ ਸਮਾਂ ਲੱਗਾ ਹੋਏਗਾ ਇੱਕ ਪੇਟੀ ਨੂੰ ਸਾਰੀ ਨੂੰ ਖਰਾਬ ਕਰਨ ਲੱਗਿਆਂ? 2-4 ਦਿਨ ਲੱਗੇ ਤੇ ਉਹਨੇ ਸਾਰੀ ਪੇਟੀ ਖਰਾਬ ਕਰਤੀ। ਇਨਸਾਨ ਨੂੰ ਚੰਗੇ ਗੁਣ ਸਿੱਖਣ ਲਈ ਸਮਾਂ ਲੱਗਦਾ, ਪਰ ਖਰਾਬ ਹੋਣ ਲੱਗਿਆਂ ਬਹੁਤਾ ਚਿਰ ਨਹੀਂ ਲੱਗਦਾ। ਇਸ ਲਈ ਮਾਲਕ ਜੀ ਆਖਦੇ ਕਿ ਕਊਆ ਬਣ ਕੇ ਛੱਪੜੀ ਉੱਤੇ ਨਹਾਉਣ ਦੀ ਆਸ ਨਾ ਰੱਖ, ਸਰਵਰ ਦੇ ਉੱਤੇ ਨਹਾਉਣ ਦੀ ਆਸ ਰੱਖ, ਤੇ ਹੰਸ ਬਣ ਕੇ ਹੰਸ ਬਿਰਤੀ ਦਾ ਮਾਲਕ ਬਣ ਕੇ ਕਿਤੇ ਗੁਰੂ ਦੇ ਦਰ ਤੇ ਆ ਜਾ। ਗੁਰੂ ਆਪ ਤੈਨੂੰ ਸੰਭਾਲੇਗਾ, ਗੁਰੂ ਆਪ ਤੇਰੀ ਪਰਵਰਿਸ਼ ਵੀ ਕਰੇਗਾ, ਆਪ ਤੇਰੀ ਸੰਭਾਲ ਵੀ ਕਰੇਗਾ। ਠੀਕ ਹੈ, ਤੂੰ ਕਾਂ ਬਿਰਤੀ ਦਾ ਮਾਲਕ ਹੈ, ਕਾਂ ਬਿਰਤੀ ਲੈ ਕੇ ਕਿਤੇ ਗੁਰੂ ਦਰ ਤੇ ਆ ਜਾ। ਬਸ ਆ ਕੇ ਆਪਣਾ ਆਪਾ ਸਮਰਪਿਤ ਕਰ ਦੇ, ਗੁਰੂ ਜਾਣੇ। ਤੇ ਸੱਜਣਾ, ਗੁਰੂ ਆਪ ਆਪਣੀ ਕਿਰਪਾ ਉਹਨੇ ਕਿਵੇਂ ਕਰਨੀ ਹੈ, ਕਿਵੇਂ ਉਹਨੇ ਤੈਨੂੰ ਕਾਂ ਤੋਂ ਹੰਸ ਬਣਾਉਣਾ, ਇਹ ਜ਼ਿੰਮੇਵਾਰੀ ਗੁਰੂ ਦੀ। ਤੇਰੀ ਜ਼ਿੰਮੇਵਾਰੀ ਇੰਨੀ ਹੈ ਕਿ ਤੂੰ ਚੱਲ ਕੇ ਗੁਰੂ ਦਰ ਤੇ ਆਉਣਾ, ਬਸ। ਇਸ ਤੋਂ ਵੱਧ ਕੇ ਤੇਰੀ ਕੋਈ ਚਿੰਤਾ ਨਹੀਂ। ਇਸ ਤੋਂ ਬਾਅਦ ਚ ਗੁਰੂ ਜਾਣੇ ਉਹਨੇ ਕਿਵੇਂ ਤੈਨੂੰ ਚੰਗਾ ਜੀਵਨ ਦੇਣਾ ਤੇ ਜੀਵਨ ਜਾਚ ਕਿਵੇਂ ਬਣਾਉਣੀ। ਖੈਰ, ਮਾਲਕ ਅੱਗੇ ਹਰ ਵਕਤ ਇਹ ਅਰਦਾਸ ਅਰਜ਼ੋਈਆਂ ਜਿਹੜੀਆਂ ਉਹ ਸਤਿਗੁਰੂ ਅੱਗੇ ਕਰਦੇ ਰਿਹਾ ਕਰੋ। ਮਾਲਕ ਪਾਤਸ਼ਾਹ ਜੀ ਰਹਿਮਤ ਕਰੋ, ਸਾਨੂੰ ਵੀ ਕਿਤੇ ਆਪਣੇ ਸੰਗ ਦਾ ਜਿਹੜਾ ਸੰਗ ਹੈ ਉਹ ਸਾਨੂੰ ਬਖਸ਼ਿਸ਼ ਕਰੋ। ਇੰਨਾ ਕੁ ਬਲ, ਇੰਨੀ ਕੁ ਸਾਨੂੰ ਤਾਕਤ ਦਿਓ ਕਿ ਆਪ ਜੀ ਦੇ ਸੰਗ ਵਿੱਚ ਬੈਠਣ ਦੀ ਜਾਚ ਆ ਜਾਏ ਤੇ ਅਸੀਂ ਵੀ ਆਪਣੀਆਂ ਰਸਨਾਵਾਂ ਤੋਂ ਆਖ ਸਕੀਏ। ਗੁਰਵੱਡ ਭਾਗੀ ਪਾਇਆ, ਐਸਾ ਗੁਰਵੱਡ ਭਾਗੀ ਪਾਇਆ, ਗੁਰਵੱਡ ਭਾਗੀ ਪਾਇਆ, ਐਸਾ ਗੁਰਵੱਡ ਭਾਗੀ ਪਾਇਆ।
ਗੁਰ ਵਡ ਭਾਗੀ ਪਾਇਆ, ਐਸਾ ਗੁਰ ਵਡ ਭਾਗੀ ਪਾਇਆ। ਗੁਰ ਵਡ ਭਾਗੀ ਪਾਇਆ, ਐਸਾ ਗੁਰ ਵਡ ਭਾਗੀ ਪਾਇਆ। ਭੂਲੇ ਮਾਰਗ ਜਿਨ ਹੈ ਬਤਾਇਆ, ਭੂਲੇ ਮਾਰਗ ਜਿਨ ਹੈ ਬਤਾਇਆ। ਐਸਾ ਗੁਰ ਵਡ ਭਾਗੀ ਪਾਇਆ, ਐਸਾ ਗੁਰ ਵਡ ਭਾਗੀ ਪਾਇਆ। ਗੁਰ ਵਡ ਭਾਗੀ ਪਾਇਆ, ਐਸਾ ਗੁਰ ਵਡ ਭਾਗੀ ਪਾਇਆ। ਗੁਰ ਵਡ ਭਾਗੀ ਪਾਇਆ, ਐਸਾ ਗੁਰ ਵਡ ਭਾਗੀ ਪਾਇਆ। ਸਤਿਗੁਰੂ ਪਾਤਸ਼ਾਹ ਮਿਹਰ ਕਰਨ, ਸਾਡੇ ਸਭਨਾਂ ਦੀਆਂ ਹਾਜ਼ਰੀਆਂ ਆਪਣੇ ਦਰ ਤੇ ਪ੍ਰਵਾਨ ਕਰ ਲੈਣ। ਆਪਣੇ ਦਰੋਂ ਕਰੋਂ ਗੁਰਸਿੱਖੀ ਜੀਵਨ ਨਾਮ ਦੀਆਂ ਦਾਤਾਂ ਬਖਸ਼ਿਸ਼ ਕਰਕੇ ਨਿਵਾਜਣ, ਤਾਂ ਜੋ ਸਾਡੇ ਇਹ ਲੋਕ ਸੁਖੀਏ ਪਰਲੋਕ ਸੁਹੇਲੇ। ਨਾਨਕ ਹਰ ਪ੍ਰਭ ਆਪੇ ਮੇਲੇ, ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਦੀ ਖਿਮਾ ਬਖਸ਼ਣੀ। ਆਓ ਸਤਿਗੁਰਾਂ ਦੇ ਪਾਵਨ ਬਚਨ ਆਪਣੇ ਹਿਰਦੇ ਵਿੱਚ ਵਸਾ ਲਈਏ। ਸੰਤ ਸਭਾ ਜੈਕਾਰ ਕਰ, ਗੁਰਮੁਖ ਕਰਮ ਕਮਾਓ। ਨਿਰਮਲ ਨਾਵਣ ਨਾਨਕਾ, ਗੁਰ ਤੀਰਥ ਦਰਿਆਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।